कबीर मोहि मरने का चाओ है, मरो ता हर कै द्वार। मत हर पूछै कौन है, परा हमारे बार। वह प्रगट्यो मर्द अगमड़ा, वरियाम अकेला। वाह वाह गोबिंद सिंह, आपे गुर चेला। बेसमार अथाह अगणत अतुल, ज्यों बुलावह त्यों नानक दास बोलै। परम सन्मान सत्कारयोग चवर छतर तख्त दे मालिक, जुगो जुग अटल सतगुरु धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਓਟ ਆਸਰਾ ਤੱਕਦਿਆਂ ਹੋਇਆਂ ਗੁਰਮੁਖਾਂ ਦੇ ਉਦਮ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਤੀ ਹੋਈ ਬਖਸ਼ਿਸ਼ ਸਦਕਾ ਚੱਲਦੇ ਹੋਏ ਵਿਰਸਾ ਕੈਂਪ ਵਿੱਚ ਆਪ ਜੀਆਂ ਨੇ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਵਿੱਚ ਸੱਜ ਬੈਠ ਕਰਕੇ ਸੰਗਤੀ ਰੂਪ ਵਿੱਚ ਸੰਧਿਆ ਦੇ ਆਰੰਭਤ ਹੋਏ ਦੀਵਾਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦੇ ਪਾਠ ਜਾਪ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਦਿਆਂ ਹੋਇਆਂ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ ਤੇ ਕਰ ਰਹੇ ਹਾਂ। ਸੋ ਆਓ ਕੁਝ ਸਮੇਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੀਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸਤਿਗੁਰੂ ਜੀ ਦੀ ਮਹਿਮਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰ ਜੋ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਉੱਪਰ ਕੀਤੇ, ਉਹਨਾਂ ਨੂੰ ਬੇਸ਼ੱਕ ਅਸੀਂ ਕਿਸੇ ਅੱਖਰਾਂ ਵਿੱਚ ਬਿਆਨ ਕਰਕੇ ਕਿਸੇ ਪੈਮਾਨੇ ਵਿੱਚ ਨਾਪ ਕੇ ਕਦੇ ਵੀ ਮਿਣ ਜਾਂ ਤੋਲ ਤਾਂ ਨਹੀਂ ਸਕਦੇ, ਪਰ ਫਿਰ ਵੀ ਯਤਨ ਇਹ ਕਰਨਾ ਹੈ ਕਿ ਜਿੰਨਾ ਕੁ ਅਸੀਂ ਗੁਰੂ ਕੇ ਜਸ ਗੁਰੂ ਕੀਆਂ ਵਡਿਆਈਆਂ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰ ਸਕੀਏ, ਸਾਡਾ ਉਹ ਸਮਾਂ ਸਾਡੀ ਉਹ ਭਾਵਨਾ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਪ੍ਰਵਾਨ ਹੋ ਸਕੇ। ਸੋ ਆਪ ਜੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਇਹ ਜੋ ਦਿਨ ਚੱਲ ਰਹੇ ਨੇ, ਦਿਹਾੜੇ ਚੱਲ ਰਹੇ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਕੁਝ ਦਿਨਾਂ ਤੋਂ ਲੈ ਕੇ ਜਿਵੇਂ ਪੋਹ ਦਾ ਮਹੀਨਾ ਆਰੰਭ ਹੁੰਦਾ ਹੈ, ਤਾਂ ਉਸ ਪੋਹ ਦੇ ਆਰੰਭਤ ਹੋਣ ਵਾਲੇ ਇਸ ਦੇਸੀ ਮਹੀਨੇ ਵਿੱਚ ਲਗਭਗ 2 ਹਫ਼ਤਿਆਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੀਆਂ ਜੋ ਕੁਰਬਾਨੀਆਂ ਨੇ, ਅੱਜ ਤੱਕ ਦਾ ਕੋਈ ਦੁਨੀਆ ਦਾ ਰਹਿਬਰ ਇਹ ਕੁਰਬਾਨੀਆਂ ਕਦਾ ਚਿਤਵੀ ਨਹੀਂ ਕਰ ਪਾਇਆ। ਖੈਰ ਸਮਾਂ ਸੀਮਤ ਹੈ, ਆਪਾਂ ਯਤਨ ਕਰਨਾ ਹੈ ਜਿਵੇਂ ਹੁਕਮ ਹੋਇਆ ਚਮਕੌਰ ਸਾਹਿਬ ਦੇ ਸਾਕੇ 'ਤੇ ਜੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, 3 ਪਿਆਰਿਆਂ ਦੀ ਸ਼ਹੀਦੀ, ਬਾਕੀ ਦੇ ਗੁਰੂ ਕੇ ਲਾਲ ਗੁਰੂ ਕੇ ਸਿੰਘ ਸ਼ਹੀਦ, ਇਸ ਅਸਥਾਨ ਤੱਕ ਇਸ ਚਮਕੌਰ ਸਾਹਿਬ ਜੀ ਦੇ ਇਤਿਹਾਸ ਤੱਕ ਆਪਾਂ ਪਹੁੰਚਣ ਦਾ ਯਤਨ ਕਰਨਾ ਹੈ। ਪਰ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਲਗਭਗ 6 ਤੋਂ 8 ਮਹੀਨਿਆਂ ਦੇ ਪਏ ਹੋਏ ਘੇਰੇ ਵਿੱਚ ਬਹੁਤ ਕੁਝ ਉਤਰਾ ਚੜ੍ਹਾਅ ਆਏ, ਬਹੁਤ ਕੁਝ ਤਜਰਬੇ ਜਿਹੜੇ ਸੀ ਸਾਡੇ ਸਿੱਖ ਇਤਿਹਾਸ ਨੇ ਸਾਡੇ ਸਾਹਮਣੇ ਰੱਖੇ, ਕਿਉਂਕਿ ਗੁਰੂ ਸਾਹਿਬ ਜੀ ਉੱਥੇ ਵੀ ਬਚਨ ਕਰ ਰਹੇ ਸਨ ਕਿ ਖਾਲਸਾ ਜੀ, ਪਹਿਲੋਂ ਸਤਿਗੁਰਾਂ ਨੇ ਥੋੜ੍ਹੇ ਲੰਬੇ ਸਮੇਂ ਦੀ ਗੱਲ ਆਰੰਭ ਕੀਤੀ, ਆਖਰ 'ਤੇ ਆਣ ਕੇ 5 ਦਿਨ 8 ਦਿਨ ਇੱਥੋਂ ਤੱਕ ਦੇ ਬਚਨ ਵੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੋਏ। ਇੰਨਾ ਕੁ ਹੌਸਲਾ ਹੋਰ ਕਰ ਲਓ, ਇੰਨੇ ਕੁ ਦੁੱਖ ਹੋਰ ਝੱਲ ਲਓ, ਦੁਨੀਆ ਦਾ ਛਤਰ, ਦੁਨੀਆ ਦੀਆਂ ਰਾਜ ਭਾਗ ਦੀਆਂ ਬਰਕਤਾਂ ਤੁਹਾਡੀ ਝੋਲੀ ਪਾ ਦਿਆਂਗੇ। ਪਰ ਸਮਾਂ ਸੀ ਨਾ, ਜਿਵੇਂ ਜਿਵੇਂ ਰਫਤਾਰ ਸਮੇਂ ਨੇ ਚੱਲਣਾ ਹੁੰਦਾ ਉਸੇ ਤਰ੍ਹਾਂ ਹੀ ਚੱਲਣਾ ਹੁੰਦਾ ਹੈ। ਇਸ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਘੇਰੇ ਅੰਦਰ ਜੋ ਕੁਝ ਉੱਥੇ ਹੋਇਆ, ਜਿਵੇਂ ਜਿਵੇਂ ਹਾਥੀ ਦਾ ਮੁਕਾਬਲਾ ਵੀ ਹੋਣਾ, ਉਹਦੇ ਵਿੱਚ ਗੁਰੂ ਕਿਆਂ ਲਾਲਾਂ ਨੇ ਕੁਰਬਾਨੀਆਂ ਕਰਨੀਆਂ। ਅਨੰਦਪੁਰ ਸਾਹਿਬ ਦੇ ਅੰਦਰ ਜੋ ਖਾਲਸੇ, ਜੋ ਸਿੰਘ ਕੁਰਬਾਨੀਆਂ ਕਰ ਰਹੇ ਸਨ, ਕਿਹੋ ਜਿਹੀਆਂ ਮੁਸੀਬਤਾਂ ਦੇ ਵਿੱਚੋਂ ਦੀ ਲੰਘਣਾ। ਬਿਰਛਾਂ ਦੀਆਂ ਛਿੱਲਾਂ ਵੀ ਮਹਾਂਪੁਰਸ਼ਾਂ ਨੇ ਬੇਦਨ ਕੀਤੇ ਨੇ ਵੀ ਉਹਨਾਂ ਨੇ ਉਬਾਲ ਕੇ ਪੀ ਕੇ, ਪਾਣੀ ਪੀ ਕੇ, ਬਿਰਛਾਂ ਦੀਆਂ ਛਿੱਲਾਂ ਖਾ ਖਾ ਕੇ ਵੀ ਗੁਜ਼ਾਰਾ ਕਰਨਾ। ਇਸ ਭੁੱਖ ਦੇ ਸੰਤਾਪ ਤੋਂ
ये दुख ये मुसीबतां ना झल्लियां जाणियां। नाल नाल हुकूमतां वल्लों जो उन्होंने अपने धर्म दियां, अपने ईमान दियां, अपने इंसानीयत दियां जो सुगंधां कसमां खाणियां, उन्होंने भी तो सतगुरु सच्चे पातशाह ने झूठियां करना है। उन्हों की भी असलीयत संसार नूं दिखाउणी है। ये सब कुछ उत्थे जो वाक़या वापरदा है आनंदपुर साहिब की धरती तो। जिमें सतगुरु सच्चे पातशाह जी महाराज ये आनंदपुर साहिब का किला छड्डदे ने, किहो जिहा वैराग उस वेले होएगा, किहो जिहा हालात उस वेले होएगा। अज भी थोड़े समय तो शायद जिन्हों ने उत्थे दर्शन किए ने, वो 5-6 पोह की रात जिहड़ी है, जिक्र आउंदा भी उत्थे समागम हुंदे ने, सिख संगतां एकत्रित हुंदियां ने, ते गुरु के प्यार वाले सिद्धियां जिवें आपां धारना ला के गीत रूप विच गुरु जस विच कहिंदे वो इतिहास दे पन्नियां नूं मानो जिवें कवितावां दे रूप विच सिख संगतां गाउंदियां ने। मैं तो कह सकदा भी अजे तक वो समा नहीं नसीब होया भी जाके हाज़री भर सकीए, पर जिन्हां ने वो हाज़री भरी है वो दसदे ने भी जिहड़ा वो सवेर वेले दा समा है, उत्थे वो सिख संगतां एकत्रित हो के गुरु गोबिंद सिंह साहिब जी दे उस समय नूं याद करदिआं वो जस गाउंदियां ने। कोई पत्थर दिल होएगा जिहड़ा अपनी अखां तो नम नम करके त्रिप त्रिप करके चोया ना होवे। उस समय जदों गुरु साहिब जी ने यह किला छड्डिया होएगा, किहो जिहा उस वेले दा वो माहौल, आपां इस हिसाब नाल अपने आप नूं उत्थे लै के जाण दा यतन करना है। क्योंकि इतिहास का अर्थ ही ये हुंदा है भी इतिहास दे सुणदिआं सुणदिआं साडी बिरती नाल नाल उत्थे तुरे, उत्थे जावे। सतगुरु सच्चे पातशाह जी जदों इत्थों आनंदपुर साहिब तो तुरदे ने, पहलों बेशक एक बार ये भी झूठ साबित कर दिता सी कि गड्डियां ते जां होर वहीकलां ते सतगुरु सच्चे पातशाह जी ने अपना अंदर दा मरे हुए जानवरां दे शरीर जां कूड़ा करकट जिन्हों तुसीं गारबेज कहने हो, वो इकट्ठा करके उत्ते पा के कीमती दुशाले पा करके बाहर भेजते हैं गड्ढे लद के, ये भुलेखा पाउण वास्ते कि आओ जी गुरु का खजाना जा रहा है। जिहड़े कसमां खा रहे सन वो गुरु का खजाना जान करके टुट के पै गए। कुछ दिनों मगरों फिर सतगुरु सच्चे पातशाह जी के चरणों च उन्होंने अपने धर्म के नां दियां, धर्म के ग्रंथां दियां, कुरान दियां, गीता दियां, आटे दियां गावां बना बना के सुगंधां खादियां, कसमां खादियां। सतगुरु सच्चे पातशाह जी के सिंघां ने भी बेनती की, सतगुरु सच्चे पातशाह जी किला छड़ जाना चाहिए। उत्थे एक दो गल्लां होर भी नाल हुंदियां ने। आम तौर पर इतिहासकारां दे अनुसार ये भी जिक्र किया गया है कि इत्थां जी उत्थे कुछ सिंह बदावा दे के चले गए। बदावे वाली गल जिहड़ी महापुरुष समझाउंदे जां पढ़ाउंदे जां उन्हां ने बोलिया कथा कीती, उहदे विच इह है कि बदावे वाली कहानी जिहड़ी है वो रामेआणे वाली पवित्र धरती ते कुछ माझे दे राजनीतिक लोगों ने जो लिख के दिता बदावा उत्थे लिख के, हाँ आनंदपुर साहिब की धरती तो कुछ लोग कुछ सिंह गए जरूर ने, वो दुनी चंद वर्गे जिहड़े रात कंध टप के गए ने, इस हालात विच गए ने। उस अनुसार जिहड़े चोरी गए ने उन्हां कोलों कुछ लिख के दे जाना ये नहीं आस की जा सकती, क्योंकि लिख के गए होंदे तो फिर तो सामने जाते, फिर चोरी रस्से फड़ के कंधां लमक के ना टप के ना जाना पैंदा। इस करके उत्थे लिख के जाण वाली गल जिहड़ी महापुरुषां ने प्रवान नहीं की। खैर सतगुरु सच्चे पातशाह जी महाराज जिमें इस किले तो आनंदपुर साहिब तो बाहर निकले, सतगुरु सच्चे पातशाह जी के पिछे फिर उस तरह वो दुश्मन सैना वो टिड्डी दल फिर मगर तुर पिया। जिमें जिमें आपां कला इतिहास ही नहीं पढ़ना, उहदे नाल नाल अपने जीवन में भी कुछ ना कुछ सीखण का यतन करना। जिमें हुण सरसा के कंढे ते आण करके सतगुरु सच्चे पातशाह जी का पहला पड़ाव हुंदा है। पिछों खबरां मिलदियां ने महाराज सारियां ही फौजां पिछे आण पईयां ने, जय अली करदे हुए पिछे अपने वो नारे लाउंदे हुए टुट के पै गए ने दुश्मन दे सारी फौज दे दल। सतगुरु सच्चे पातशाह का हुक्म पा करके साहिबजादा अजीत सिंह साहिब जी अते इस तरह भाई उदय सिंह जी, भाई जीवन सिंह जी इत्यादिक कुछ गुरसिखां दे नां आउंदे ने उस वेले, जिन्हां ने कुछ किसी ने 100 सिंघां दा जत्था लैके, किसी ने 50 सिंघां दा जत्था लैके पिछे उन्हां दुश्मन दे आउंदे राह नूं रोकिया। इत्थों चल के तुरदियां तुरदियां सरसा नदी दे सतगुरु सच्चे पातशाह जी दे पावन चरण जदों इत्थे आण के पै, जिथे अज परिवार विछोड़ा साहिब गुरुद्वारा है, उत्थे इतिहास के पत्रे दसदे ने भी अमृत वेला हो गया। पोह दियां रातां होण, ठक्के दी ठंड होवे, मींह वगदा होवे, मींह पैंदा होवे, हनेरी चलदी होवे, सतगुरु सच्चे पातशाह जी महाराज आसमान वाल नूं इशारा करके भाई दया सिंह वर्गे सिखां नूं कहिंदे ने प्यारिओ अमृत वेला हो गया है।
महाराज सच्चे पातशाह जी की हुक्म है, गुरु के सिखो ਅੰਮ੍ਰਿਤ ਵੇਲੇ ਕੀ ਕਰਨਾ ਚਾਹੀਦਾ ਹੈ। ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਵੇਲੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਸੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ ਇੱਥੇ ਵੀ ਕੀਰਤਨ ਹੋਏਗਾ। ਮਹਾਰਾਜ ਪਿੱਛੇ ਦੁਸ਼ਮਣ ਆ ਰਿਹਾ ਹੈ, ਸਾਡੇ ਕੋਲ ਗਿਣਤੀ ਦੇ ਸਿੰਘ ਨੇ। ਮਹਾਂਪੁਰਸ਼ਾਂ ਨੇ ਜਿਹੜਾ ਜ਼ਿਕਰ ਕੀਤਾ ਵੀ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉੱਥੇ 700 ਸਿੰਘ ਸਤਿਗੁਰਾਂ ਦੇ ਨਾਲ ਚੱਲਦੇ ਨੇ। ਔਰ ਸਾਰਿਆਂ ਨੇ, ਜਦੋਂ ਸਾਰਿਆਂ ਦੀ ਸਲਾਹ ਲਈ ਗਈ, ਪੁੱਛਿਆ ਗਿਆ, ਸਾਰਿਆਂ ਨੇ ਕਿਹਾ ਮਹਾਰਾਜ ਛੱਡ ਕੇ ਚਲੇ ਚਲੀਏ। ਉੱਥੇ ਇਹਨਾਂ ਜ਼ਰੂਰ ਜ਼ਿਕਰ ਕੀਤਾ ਮਹਾਂਪੁਰਸ਼ਾਂ ਨੇ ਵੀ 40 ਕੁ ਸਿੰਘ ਉਹ ਸਨ ਜਿਨ੍ਹਾਂ ਨੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਦਾਤਾ ਜੀ ਤੁਸੀਂ ਜਾਓਗੇ ਤੇ ਤੁਹਾਡੇ ਨਾਲ ਹਾਂ, ਤੁਸੀਂ ਰੁਕੋਗੇ ਤੇ ਤੁਹਾਡੇ ਨਾਲ ਹਾਂ, ਅਸੀਂ ਆਪਣੀ ਕੋਈ ਰਾਏ ਤੇ ਕੋਈ ਸਲਾਹ ਨਹੀਂ ਦਿੰਦੇ। ਉਹ 40 ਕੁ ਸਿੰਘਾਂ ਦਾ ਜ਼ਿਕਰ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ। ਇਸ ਤਰ੍ਹਾਂ ਇੱਥੇ ਆ ਕਰਕੇ ਜਦੋਂ ਬਚਨ ਹੋਇਆ ਵੀ ਅੰਮ੍ਰਿਤ ਵੇਲਾ ਹੋ ਗਿਆ, ਇੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਏਗਾ। ਅੱਜ ਆਪਾਂ ਸਵੇਰ ਦੀ ਵਿਚਾਰ ਵਿੱਚ ਵੀ ਗੱਲ ਕੀਤੀ ਸੀ ਸ਼ਾਇਦ ਵੀ ਸਾਡੀ ਜ਼ਿੰਦਗੀ ਵਿੱਚ ਅਸੀਂ ਆਪਣੇ ਆਪ ਨੂੰ ਗੁਰਮਤ, ਗੁਰਸਿੱਖ, ਨਿਤਨੇਮੀ ਸਮਝਦੇ ਹਾਂ, ਪਰ ਸੱਚ ਜਾਣਿਓ ਜਦੋਂ ਵੀ ਇਸ ਸਫ਼ਰ ਦੇ ਵਿੱਚ ਸਾਡੀ ਜ਼ਿੰਦਗੀ ਵਿੱਚ ਜਿੱਦਣ ਵੀ ਕੋਈ ਨਿੱਕੀ ਜਿਹੀ ਵੀ ਵਾਧ ਘਾਟ ਹੋਵੇ ਤੇ ਸਭ ਤੋਂ ਪਹਿਲੋਂ ਸਾਡਾ ਨਿਤਨੇਮ ਛੱਡਣ ਦੀ ਆਪਸ਼ਨ ਹੁੰਦੀ ਹੈ ਵੀ ਅੱਜ ਨਿਤਨੇਮ ਨਹੀਂ ਹੋਇਆ ਜੀ। ਕਿਉਂ? ਕਿਉਂਕਿ ਮੇਰਾ ਸਰੀਰ ਢਿੱਲਾ ਸੀ। ਕਿਉਂ? ਕਿਉਂਕਿ ਮੈਂ ਰਾਤ ਲੇਟ ਸੁੱਤਾ ਸੀ। ਕਿਉਂਕਿ ਮੈਂ ਕੰਮ ਵਿੱਚ ਬਿਜੀ ਸੀ। ਕਿਉਂਕਿ ਮੇਰਾ ਆ ਸੀ, ਮੇਰਾ ਉਹ ਸੀ। ਪਰ ਸਭ ਤੋਂ ਪਹਿਲੋਂ ਸਾਡੀ ਆਪਸ਼ਨ ਕੀ ਆ ਵੀ ਨਿਤਨੇਮ ਨਹੀਂ ਹੋਇਆ। ਨਿਤਨੇਮ ਪਹਿਲੀ ਆਪਸ਼ਨ ਅਸੀਂ ਛੱਡਿਆ, ਪਹਿਲੇ ਨੰਬਰ 'ਤੇ ਛੱਡਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਹ ਇਤਿਹਾਸ ਜਦੋਂ ਪੜ੍ਹਾਂਗੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਤਨੇਮ ਨਹੀਂ ਛੱਡਿਆ। ਜੰਗ ਪੈ ਸਕਦਾ, ਯੁੱਧ ਹੋ ਸਕਦਾ, ਪਰਿਵਾਰ ਵਿਛੜ ਸਕਦਾ, ਬਿਪਤਾ ਪੈ ਸਕਦੀ ਏ, ਦੁਸ਼ਮਣ ਟੁੱਟ ਕੇ ਮਗਰ ਪਿਆ ਹੋਇਆ ਹੈ, ਹਜ਼ਾਰਾਂ ਦੀ ਤਾਦਾਦ ਵਿੱਚ, ਲੱਖਾਂ ਦੀ ਤਾਦਾਦ ਵਿੱਚ ਆ ਰਹੇ ਦੁਸ਼ਮਣਾਂ ਦਾ ਮੁਕਾਬਲਾ ਤੇ ਉਹਨਾਂ ਦਾ ਰੋਕਾ ਕੇਵਲ 40-50 ਸਿੰਘਾਂ ਦਾ ਜਥਾ ਕਰ ਰਿਹਾ ਹੈ। ਪਰ ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਸਾ ਦੇ ਕੰਢੇ ਤੇ ਬੈਠੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ, ਕੀਰਤਨ ਕਰ ਰਹੇ ਨੇ। ਗੁਰੂ ਕੇ ਸਿੱਖਾ ਤੇਰੇ ਜੀਵਨ ਵਾਸਤੇ ਇੱਕ ਸੇਧ ਹੈ, ਇੱਕ ਉਦਾਹਰਣ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰੈਕਟੀਕਲ ਨਿਭਾ ਕੇ ਦਿਖਾਈਏ ਵੀ ਦੁਨੀਆ ਦੀ ਕਿੱਡੀ ਵੱਡੀ ਵੀ ਬਿਪਤਾ ਆਣ ਕੇ ਟੁੱਟ ਕੇ ਪੈ ਜਾਏ, ਗੁਰੂ ਕੇ ਸਿੱਖਾ ਤੇਰੇ ਨਿਤਨੇਮ ਦੇ ਵਿੱਚ ਕਦਾਚਿਤ ਵੀ ਫਰਕ ਨਹੀਂ ਪੈਣਾ ਚਾਹੀਦਾ। ਗੁਰਮਤਿ ਦਾ ਰਹਿਤ ਮਰਜ਼ਾਦਾ ਦਾ ਅਸੂਲ ਵੈਸੇ ਵੀ ਇਹ ਦਰਸਾਇਆ ਜਾਂਦਾ ਹੈ ਵੀ ਪਰਪੱਕਤਾ ਸਹਿਤ ਸਵੇਰ ਸ਼ਾਮ ਦਾ ਨਿਤਨੇਮ ਕਰਨਾ ਹੈ। ਬਾਈ ਦਾ ਵੇ ਕਿਤੇ ਕੋਈ ਇਹੋ ਜਿਹੀ ਅਣਗਹਿਲੀ ਹੁੰਦੀ ਏ, ਕੋਈ ਅਬੀ-ਨਬੀ ਹੁੰਦੀ ਏ, ਕੋਈ ਵਾਧ ਘਾਟ ਹੁੰਦੀ ਏ, ਇੱਕ ਦਿਨ ਦਾ ਨਿਤਨੇਮ ਨਹੀਂ ਹੋਇਆ ਤੇ ਅਗਲੇ ਦਿਨ ਪਿਛਲੇ ਦਿਨ ਦਾ ਵੀ ਐਡ ਕਰਕੇ 2 ਵਾਰੀ ਨਿਤਨੇਮ ਕਰਕੇ ਪਿਛਲਾ ਪੂਰਾ ਕਰਨਾ ਹੈ। ਇਸ ਤਰ੍ਹਾਂ ਦਾ ਜੀਵਨ ਗੁਰੂ ਕੇ ਸਿੱਖ ਦਾ ਹੋਣਾ ਚਾਹੀਦਾ ਹੈ ਨਿਤਨੇਮ ਦੀ ਪਰਪੱਕਤਾ ਵਾਸਤੇ। ਸੋ ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਇਸ ਤੋਂ ਬਾਅਦ ਸਰਸਾ ਨੂੰ ਪਾਰ ਕਰਨਾ ਹੈ। ਸਰਸਾ ਨੂੰ ਪਾਰ ਕਰਦਿਆਂ ਕਰਦਿਆਂ ਮੈਂ ਬਹੁਤ ਛੇਤੀ ਅੱਗੇ ਜਾਣ ਦਾ ਯਤਨ ਕਰ ਰਿਹਾ। ਸਰਸਾ ਨੂੰ ਪਾਰ ਕਰਦਿਆਂ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦਾ, ਜਿਹਨੂੰ ਆਪਾਂ ਕਹਿੰਦੇ ਵਿਛੋੜਾ, 3 ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ। ਵੱਖਰੇ ਵੱਖਰੇ 3 ਥਾਵਾਂ, 3 ਸਾਈਡਾਂ ਨੂੰ, 3 ਪਾਸਿਆਂ ਨੂੰ ਪਰਿਵਾਰ ਚਲਿਆ ਗਿਆ। ਮਾਤਾ ਸੁੰਦਰ ਕੌਰ ਸਾਹਿਬ ਜੀ, ਮਾਤਾ ਸਾਹਿਬ ਦੇਵਾ ਕੌਰ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀ ਨਾਲ ਇੱਥੋਂ ਅੱਗੇ ਦਿੱਲੀ ਨੂੰ ਜਾਂਦੇ ਨੇ। ਇੱਥੇ ਅੱਗੇ ਇਤਿਹਾਸ ਵਿੱਚ ਜ਼ਿਕਰ ਕਰਦੇ ਨੇ ਵਿਦਵਾਨ ਵੀ ਇੱਥੋਂ ਇੱਕ ਰਾਤ ਕਿਤੇ ਇੱਥੇ ਇਰਦ ਗਿਰਦ ਇਲਾਕੇ ਵਿੱਚ ਕਿਸੇ ਦੀ ਹਵੇਲੀ ਵਿੱਚ ਸਤਿਗੁਰਾਂ ਦੇ ਮਹਿਲ ਰਹੇ ਨੇ। ਖੈਰ ਉਹ ਸ਼ਾਇਦ ਲੱਭ ਗਿਆ ਅਜੇ ਉਹ ਥਾਂ ਕਿ ਨਹੀਂ, ਇਸ ਗੱਲ ਦੀ ਅਜੇ ਖੋਜ ਹੈ। ਪਰ ਉਹਦੇ ਤੋਂ ਬਾਅਦ ਦੂਸਰਾ ਹਿੱਸਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਰਿਵਾਰ ਦਾ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ, ਜਿਨ੍ਹਾਂ ਦੀ ਉਮਰ 7 ਸਾਲ 9 ਸਾਲ ਦੀ ਜ਼ਿਕਰ ਆਉਂਦਾ ਹੈ। ਉਸ ਅਵਸਥਾ ਵਿੱਚ, ਉਸ ਹਾਲਾਤ ਵਿੱਚ ਇਹ ਸਰਸਾ ਦੇ ਪਾਰ ਕਰਦਿਆਂ ਉਹ ਵਿਛੜ ਗਏ। ਉਹਨਾਂ ਨੂੰ ਕਿਵੇਂ ਉੱਧਰਲੇ ਬੰਨੇ ਇੱਕ ਪਾਸਾ ਜਿਵੇਂ ਜਾਂਦਾ ਹੈ ਵੀ ਇੱਕ ਪਹਿਲੀ ਰਾਤ ਕੁੰਮੇ ਮਾਸ਼ੀ ਦੇ ਘਰ ਰਹੇ, ਫਿਰ ਅੱਗੇ ਗੰਗੂ ਲੈ ਗਿਆ, ਖੇੜੀ ਲੈ ਗਿਆ, ਕਿਵੇਂ ਅੱਗੇ ਗ੍ਰਿਫਤਾਰੀ ਹੋਈ, ਉਹ ਇੱਕ ਵੱਖਰਾ ਦੂਸਰਾ ਰਸਤਾ ਹੈ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ 40 ਕੁ ਸਿੰਘ ਤੇ ਵੱਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜਦੋਂ ਸਰਸਾ ਨਦੀ ਤੋਂ ਪਾਰ ਹੋਏ ਤੇ ਇੱਕ ਪਾਸੇ ਨੂੰ ਇੰਨਾ ਕਿ ਇਹ ਗੁਰੂ ਸਾਹਿਬ ਦੇ ਨਾਲ ਜਥਾ ਇੱਕ ਪਾਸੇ ਚਲਿਆ ਗਿਆ ਰੋਪੜ ਥਾਣੀ ਹੁੰਦੇ ਹੋਏ। ਇੱਥੇ ਇੱਕ ਸਾਡੇ ਜ਼ਿੰਦਗੀ ਦੇ ਸਿੱਖਣ ਵਾਸਤੇ, ਖਾਸ ਕਰਕੇ ਸਾਡੇ ਬੱਚੇ ਤੇ ਬੱਚੀਆਂ ਨੂੰ ਸਿੱਖਣ ਵਾਸਤੇ ਇੱਕ ਬੜੀ ਸੁੰਦਰ ਘਟਨਾ ਵਿਦਵਾਨਾਂ ਨੇ ਕਥਨ ਕੀਤੀ ਹੈ। ਕੋਟਲਾ ਨਿਹੰਗ ਖਾਂ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ। ਉਹਨੇ ਬੇਨਤੀ ਕੀਤੀ ਹੈ, ਕਿਸੇ ਨੇ ਆਣ ਕੇ ਪਰਖ ਕੀਤੀ, ਸਤਿਗੁਰੂ ਸਾਹਿਬ ਮਹਾਂਪੁਰਸ਼ਾਂ ਨੇ ਜੋ ਇੱਥੇ ਦੱਸਿਆ ਉਹ ਕਹਿੰਦੇ ਜੀ ਤੁਰੇ ਜਾਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਆਵਾਜ਼ ਮਾਰ ਕੇ ਕਿਹਾ ਸੀ, ਸੰਧਿਆ ਦਾ ਟਾਈਮ ਹੋ ਗਿਆ, ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ, ਕਿਤੇ ਬੈਠ ਕੇ ਬਾਣੀ ਦਾ ਜਾਪ ਕਰਨ ਵਾਸਤੇ ਸਮਾਂ ਹੋ ਸਕਦਾ?
ਤੇ ਸੱਚ ਜਾਣਿਓ ਅਗਲੇ ਕਿਸੇ ਮਨੁੱਖ ਨੇ, ਉਹਦਾ ਨਾਮ ਹੀ ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ, ਮੈਨੂੰ ਭੁੱਲ ਗਿਆ, ਉਹਦੇ ਵਿੱਚ ਜ਼ਿਕਰ ਹੈ ਕਿ ਉਹਨੇ ਅੱਗੇ ਇੱਕ ਤਰਕ ਮਾਰੀ, ਤਰਕ ਮਾਰ ਕੇ ਬੋਲਿਆ 20 ਕੋਹ ਦੇ ਇਲਾਕੇ ਵਿੱਚ ਖੂਨ ਖਿਲਾਰ ਆਏ ਹੋ ਤੇ ਹੁਣ ਬਹਿ ਕੇ ਪਾਠ ਕਰਨ ਦਾ ਥਾਂ ਲੱਭਦੇ ਹੋ। ਇਸ ਤਰ੍ਹਾਂ ਦੀ ਤਰਕ ਉਹਨੇ ਬੋਲੀ, ਭਾਵ ਕਿ ਜੋ ਅਨੰਦਪੁਰ ਸਾਹਿਬ ਤੋਂ ਚੱਲ ਕੇ ਜੰਗ ਹੋਇਆ, ਯੁੱਧ ਹੋਇਆ, ਜੋ ਉੱਥੇ ਸ਼ਹੀਦੀਆਂ ਹੋਈਆਂ, ਜੋ ਦੁਸ਼ਮਣ ਸੂਰਮੇ ਮਰੇ, ਉਹਦਾ ਇੱਕ ਮਾਨੋ ਇੱਕ ਮਿਹਣਾ ਸੀ। ਕਹਿੰਦੇ 20 ਕੋਹ ਦਾ ਇਲਾਕਾ ਖੂਨ ਨਾਲ ਸਿੰਜ ਦਿੱਤਾ ਹੈ, ਹੁਣ ਬੈਠ ਕਰਕੇ ਭਗਤੀ ਦਾ ਥਾਂ ਲੱਭਦੇ ਹੋ। ਤੇ ਸਾਡੇ ਕੋਲੇ ਤੇ ਥਾਂ ਕਹਿੰਦੇ ਉਹ ਬਲਦਾ ਹੋਇਆ ਇੱਟਾਂ ਦਾ ਪੱਠਾ ਹੈ, ਉੱਥੇ ਬਹਿ ਕੇ ਪਾਠ ਕਰ ਲਓ ਜੇ ਆਪਣਾ। ਤੇ ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘੋੜਾ, ਉਸ ਘੋੜੇ ਦੀ ਵਾਂਗ ਨੂੰ ਖਿੱਚ ਕਰਕੇ ਕਹਿੰਦੇ ਚੱਲ ਉਹ ਪ੍ਰੇਮੀਆਂ, ਜੇ ਬਾਹਰ ਬਲਦੀ ਹੋਈ ਜ਼ੁਲਮ ਦੀ ਭੱਠੀ ਨੂੰ ਅਸੀਂ ਠੰਡਿਆਂ ਕਰ ਸਕਦੇ ਹਾਂ ਤੇ ਇਹ ਇੱਟਾਂ ਵਾਲਾ ਪੱਠਾ ਕੀ ਏ। ਉੱਥੇ ਜ਼ਿਕਰ ਆਉਂਦਾ ਵੀ ਸਤਿਗੁਰਾਂ ਦਾ ਘੋੜਾ ਤੇ ਘੋੜੇ ਦੇ ਪੌੜ ਉਸ ਤਪਦੇ ਹੋਏ ਭੱਠੇ ਤੇ ਲੱਗੇ ਤੇ ਤਪਦਾ ਇੱਟਾਂ ਦਾ ਪੱਠਾ ਠੰਡਾ ਠਾਰ ਹੋਇਆ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪਏ। ਔਰ ਉਸ ਕੋਟ ਨਿਹੰਗ ਸਿੰਘ ਨੇ, ਜਿਹੜਾ ਕੋਟਲਾ ਨਿਹੰਗ ਖਾਂ ਜਿਹੜਾ ਸੀ, ਉਹਦੇ ਘਰੇ ਜ਼ਿਕਰ ਆਉਂਦਾ ਵੀ ਇਸ ਹਾਲਾਤ ਵਿੱਚ ਸਰਸਾ ਨਦੀ ਨੂੰ ਪਾਰ ਕਰਦਿਆਂ ਜਿਹੜਾ 700 ਦਾ ਜੱਥਾ ਨਾਲ ਅਨੰਦਪੁਰ ਸਾਹਿਬ ਤੋਂ ਚੱਲਿਆ ਸੀ, ਉਹਦੇ ਵਿੱਚ ਬਹੁਤਾਦ ਗਿਣਤੀ ਦੁਸ਼ਮਣ ਨਾਲ ਲੜਦਿਆਂ ਸਿੰਘਾਂ ਦੀ ਸ਼ਹੀਦ ਹੋ ਜਾਣਾ, ਕੁਝ ਜਿਹੜੇ ਬਚਦੇ ਸਨ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਵੀ ਸਰਸਾ ਨਦੀ ਪਾਰ ਕਰਦਿਆਂ ਜਿਨ੍ਹਾਂ ਕੋਲੋਂ ਪੂਰੀ ਸਹੀ ਸਲਾਮਤ ਨਾਲ ਪਾਰ ਨਾ ਹੋ ਸਕੀ, ਜੋ ਉਹਦੇ 'ਚ ਹੜ੍ਹ ਆਇਆ ਹੋਇਆ ਸੀ, ਪਾਣੀ ਦੇ ਵਹਿਣਾਂ ਵਿੱਚ ਰੁੜ ਗਏ, ਉਹ 700 ਦੇ ਵਿੱਚੋਂ ਬਾਕੀ ਕੇਵਲ ਤੇ ਕੇਵਲ ਬਾਕੀ ਦਾ ਜੱਥਾ ਜਿਹੜਾ 40 ਕੁ ਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਪਾਰ ਹੋ ਕੇ ਦੋ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਏ ਨੇ। ਕੁਝ ਇੱਕ ਸਿੰਘ ਦਾ ਜ਼ਿਕਰ ਆਉਂਦਾ ਵੀ ਫੱਟੜ ਸੀ ਕੋਟਲਾ ਨਿਹੰਗ ਖਾਂ ਦੇ ਘਰ, ਉਹਨੂੰ ਕੁਝ ਉੱਥੇ ਵਿਸ਼ਰਾਮ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ। ਇਹਨੇ ਸਤਿਗੁਰਾਂ ਦੀ ਸੇਵਾ ਕੀਤੀ, ਸਤਿਗੁਰਾਂ ਦਾ ਪ੍ਰੇਮੀ ਗੁਰਮੁਖ ਸੀ। ਇੱਥੋਂ ਸਤਿਗੁਰੂ ਜੀ ਬਾਕੀ ਦੇ ਸਿੰਘਾਂ ਨੂੰ ਨਾਲ ਲੈ ਕੇ ਅੱਗੇ ਤੁਰਦੇ ਨੇ। ਉਹ ਜ਼ਖਮੀ ਹੋਇਆ ਸਿੰਘ ਇਹਦੇ ਘਰੇ ਹੈ ਤੇ ਉਧਰੋਂ ਹਰਲ ਕਰਦੀਆਂ ਪਿੱਛੋਂ ਦੁਸ਼ਮਣ ਦੀਆਂ ਫੌਜਾਂ ਭਾਲ ਕਰਦੀਆਂ, ਲੱਭਦਿਆਂ ਹੋਇਆਂ ਪਿੱਛੇ ਜਿੱਧਰ ਨੂੰ ਪੈੜ ਲੱਭਦੀ ਏ ਤੁਰਦੇ ਆਉਂਦੇ ਨੇ। ਉਸ ਹਾਲਾਤ ਵਿੱਚ ਕਹਿੰਦੇ ਇਸ ਨਿਹੰਗ ਖਾਂ ਦੇ ਘਰ ਆਣ ਕੇ ਵੀ ਉਹਨਾਂ ਨੇ ਤਲਾਸ਼ੀ ਕੀਤੀ ਤੇ ਜ਼ਿਕਰ ਹੋਇਆ ਵੀ ਉਹਨਾਂ ਨੇ ਪੁੱਛ ਗਿੱਛ ਕੀਤੀ ਵੀ ਇੱਥੇ ਕੌਣ ਹੈ, ਤੇਰੇ ਅੰਦਰ ਕਮਰਿਆਂ 'ਚ ਕੌਣ ਹੈ। ਤੇ ਉਹਨੇ ਬਾਹਰ ਖਲੋਤਿਆਂ ਇੱਕ ਬੋਲਿਆ ਆਪਣੀ ਰਸਨਾ ਤੋਂ ਵੀ ਇਸ ਕਮਰੇ ਵਿੱਚ, ਜਿਹਨੂੰ ਕਹਿ ਲਓ ਵੀ ਇਸ ਰੂਮ ਵਿੱਚ ਤੁਸੀਂ ਨਹੀਂ ਜਾ ਸਕਦੇ, ਕਿਉਂਕਿ ਇੱਥੇ ਮੇਰੀ ਧੀ ਤੇ ਮੇਰੇ ਧੀ ਦਾ ਘਰ ਵਾਲਾ, ਜਿਹਨੂੰ ਦਮਾਦ ਵੀ ਕਹਿੰਦੇ ਆ, ਜਵਾਈ ਵੀ ਕਹਿੰਦੇ ਆ, ਵੀ ਮੇਰੀ ਧੀ ਤੇ ਮੇਰਾ ਜਵਾਈ ਅੰਦਰ ਨੇ। ਤੇ ਜ਼ਿਕਰ ਆਉਂਦਾ ਵੀ ਉਸ ਨਿਹੰਗ ਖਾਂ ਦੀ ਧੀ ਮੁਮਤਾਜ਼ ਉਸ ਵੇਲੇ ਉਸ ਫੱਟੜ ਸਿੰਘ ਦੀ ਸੇਵਾ ਕਰ ਰਹੀ ਸੀ, ਕੁਆਰੀ ਸੀ, ਜਵਾਨੀ ਅਵਸਥਾ ਸੀ। ਉਹਨੇ ਅੰਦਰ ਬੈਠਿਆਂ ਆਪਣੇ ਬਾਪੂ ਦੀ ਬਾਹਰ ਬੋਲੀ ਹੋਈ ਬੋਲਦੇ ਆਵਾਜ਼ ਅੱਖਰ ਸੁਣੇ ਨੇ ਕਿ ਮੇਰੇ ਪਿਓ ਨੇ ਆਈ ਹੋਈ ਫੌਜ ਦੀ ਗਸ਼ਤੀ ਨੂੰ, ਫੌਜ ਦੀ ਟੁਕੜੀ ਨੂੰ ਇਹ ਬੋਲ ਕੇ ਇੱਥੋਂ ਰੋਕਿਆ ਵੀ ਇਸ ਕਮਰੇ ਦੇ ਅੰਦਰ ਮੇਰੀ ਧੀ ਤੇ ਮੇਰੀ ਧੀ ਦਾ ਘਰ ਵਾਲਾ ਬੈਠੇ ਹੋਏ ਨੇ, ਮੇਰਾ ਦਮਾਦ ਅੰਦਰ ਨੇ, ਇਹਦੇ ਅੰਦਰ ਨਹੀਂ ਜਾ ਸਕਦੇ। ਉਹ ਫੌਜ ਦੀ ਟੁਕੜੀ ਤੇ ਚਲੀ ਗਈ ਉੱਥੋਂ। ਪਰ ਸੱਚ ਜਾਣੇ ਉਹ ਜਿਹੜਾ ਸਿੰਘ ਸੀ, ਇਤਿਹਾਸਕਾਰਾਂ ਨੇ, ਜਿਹੜੇ ਵਿਦਵਾਨ ਰੈਕ ਇੱਥੇ ਪ੍ਰਗਟ ਕਰਦੇ ਨੇ ਵੀ ਉਹ ਕੁਝ ਸਮੇਂ ਬਾਅਦ ਉਹ ਸਰੀਰ ਛੱਡ ਗਿਆ, ਚੜ੍ਹਾਈ ਕਰ ਗਿਆ, ਸ਼ਹੀਦ ਹੋ ਗਿਆ। ਪਰ ਵਿਸ਼ੇਸ਼ ਗੱਲ ਇਹ ਹੈ ਕਿ ਉਸ ਨਿਹੰਗ ਖਾਂ ਦੀ ਧੀ ਮੁਮਤਾਜ਼ ਨੇ ਜਦੋਂ ਮੁੜ ਕੇ ਪਿਓ ਨੇ ਇਸ ਗੱਲ ਦਾ ਫਿਕਰ ਕੀਤਾ ਵੀ ਮੈਂ ਆਪਣੀ ਧੀ ਦਾ ਕੋਈ ਵਰ ਲੱਭਣਾ, ਇਹਦਾ ਨਿਕਾਹ ਕਰਨਾ ਹੈ, ਤੇ ਜਦੋਂ ਘਰ ਦੇ ਵਿੱਚ ਹੁੰਦੀਆਂ ਹੋਈਆਂ ਇਹ ਸਲਾਹਾਂ ਵੇਖੀਆਂ ਸੁਣੀਆਂ, ਧੀ ਦੇ ਕੰਨੀ ਪਈਆਂ ਤੇ ਆਪਣੇ ਬਾਪੂ ਦੇ ਅੱਗੇ ਹੱਥ ਜੋੜ ਕੇ ਖੜ ਗਈ ਸੀ ਤੇ ਇੱਕ ਅਰਦਾਸ, ਇੱਕ ਬੇਨਤੀ, ਇੱਕ ਫਰਿਆਦ ਕੀਤੀ ਆਪਣੇ ਪਿਓ ਦੇ ਅੱਗੇ, ਬਾਪੂ ਬਸ ਕਰ, ਮੈਂ ਨਹੀਂ ਆਪਣੀ ਜ਼ਿੰਦਗੀ ਵਿੱਚ ਹੋਰ ਦੂਸਰਾ ਵਿਆਹ ਕਰਾਉਣਾ। ਪਿਓ ਹੈਰਾਨ ਹੈ, ਕਹਿਣ ਲੱਗੇ ਧੀਏ ਦੂਸਰਾ, ਇਹਦਾ ਕੀ ਮਤਲਬ? ਤੇ ਉਸ ਬੱਚੀ ਨੇ ਕਿਹਾ ਸੀ, ਬਾਪੂ ਜਿਸ ਦਿਨ ਉਹ ਗੁਰੂ ਕੇ ਖਾਲਸੇ ਦਾ ਫੱਟੜ ਸਿੰਘ ਸਾਡੇ ਕਮਰੇ ਦੇ ਅੰਦਰ ਪਿਆ ਤੇ ਮੈਂ ਉਹਦੀ ਮੁੱਠੀ ਚਾਪੀ ਦੀ ਸੇਵਾ ਕਰਦੀ ਸੀ, ਤੂੰ ਬਾਹਰ ਖਲੋਤਿਆਂ ਪੁਲਿਸ ਦੀ ਗਸ਼ਤੀ ਨੂੰ, ਟੁਕੜੀ ਨੂੰ ਕਿਹਾ ਸੀ ਮੇਰੇ ਅੰਦਰ ਧੀ ਤੇ ਜਵਾਈ ਬੈਠੇ ਨੇ। ਤੂੰ ਆਪਣੀ ਜ਼ਬਾਨ ਤੋਂ ਉਸ ਫੱਟੜ ਸਿੰਘ ਨੂੰ ਮੇਰਾ ਪਤੀ ਬਣਾ ਦਿੱਤਾ ਸੀ ਤੇ ਬੇਸ਼ੱਕ ਉਹ ਸਰੀਰ ਕਰਕੇ ਨਹੀਂ ਰਿਹਾ, ਉਹ ਸ਼ਹੀਦ ਹੋ ਗਿਆ, ਸਰੀਰ ਛੱਡ ਗਿਆ, ਪਰ ਬਾਪੂ ਤੇਰੇ ਬੋਲਾਂ ਨਾਲ ਮੈਂ ਉਹਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਮੰਨ ਲਿਆ ਹੈ। ਮੈਂ ਉਹਦੇ ਤੋਂ ਬਿਨਾਂ ਹੁਣ ਦੂਸਰੇ ਕਿਸੇ ਮਨੁੱਖ ਨੂੰ ਆਪਣਾ ਪਤੀ ਨਹੀਂ ਬਣਾ ਸਕਦੀ। ਸੱਚ ਜਾਣਿਓ, ਇਤਿਹਾਸ ਦੀਆਂ ਉਹਨਾਂ ਲਿਖਤਾਂ ਵਿੱਚ ਜ਼ਿਕਰ ਆਉਂਦਾ ਵੀ ਉਸ ਨਿਹੰਗ ਖਾਂ ਦੀ ਬੱਚੀ ਮੁਮਤਾਜ਼ ਨੇ ਸਾਰੀ ਜ਼ਿੰਦਗੀ ਮੁੜ ਕੇ ਉਸ ਤੋਂ ਬਾਅਦ ਵਿਆਹ ਨਹੀਂ ਕੀਤਾ।
ਆਪਣੀ ਐਸੀ ਅਵਸਥਾ ਵਿੱਚ ਉਸੇ ਸਿਦਕ ਵਿੱਚ ਰਹਿ ਕਰਕੇ ਉਹਨੇ ਨਿਭਾਈ ਹੈ। ਇੱਥੇ ਆ ਕਰਕੇ ਜਿਹੜੀ ਬੇਨਤੀ ਮੈਂ ਕਰਨਾ ਚਾਹੁੰਦਾ, ਕਿਉਂਕਿ ਮੈਂ ਇਤਿਹਾਸ ਦੇ ਪੱਤਰਿਆਂ ਤੋਂ ਘੱਟ ਨਾਲ ਜਿਹੜਾ ਸਾਨੂੰ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਜ਼ਰੂਰੀ ਨੇ ਉਹਦੇ ਵੱਲ ਥੋੜ੍ਹਾ ਧਿਆਨ ਜ਼ਿਆਦਾ ਦੇਣਾ ਚਾਹੁੰਦੇ ਹਾਂ, ਕਿਉਂਕਿ ਅੱਜ ਸਾਡੇ ਬੱਚਿਆਂ ਦੇ ਹਾਲਾਤ ਇਹਦੇ ਤੋਂ ਬੜੇ ਦੂਜੇ ਨੇ, ਬੜੇ ਬਦਲੇ ਹੋਏ ਨੇ। ਕਿੰਨੀਆਂ ਕੁ ਸਾਡੀਆਂ ਧੀਆਂ ਤੇ ਕਿੰਨੇ ਕੁ ਸਾਡੇ ਬੱਚੇ ਨੇ ਜਿਹੜੇ ਆਪਣੇ ਬਾਪੂ ਦੇ ਇਹੋ ਜਿਹੀਆਂ ਬਚਨਾਂ ਤੇ ਜਿਸ ਤਰ੍ਹਾਂ ਕਹਿੰਦੇ ਫੁੱਲ ਚੜਾਉਣ ਵਾਲੇ ਨੇ। ਅੱਜ ਅਸੀਂ ਬਹੁਤਾਤ ਆਪਣੇ ਮਾਂ ਬਾਪ ਦੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਜੇ ਉਹ ਕਹਿਣ ਵੀ ਤੁਹਾਡਾ ਰਿਸ਼ਤਾ ਇੱਥੇ ਕਰਨਾ, ਤੁਹਾਡਾ ਸੰਜੋਗ ਇੱਥੇ ਬਣਾਉਣਾ। ਅਸੀਂ ਸੁਣ ਤੱਕ ਨਹੀਂ ਚਾਹੁੰਦੇ ਆਪਣੇ ਮਾਂ ਬਾਪ ਦੀ ਇਸ ਗੱਲ ਨੂੰ। ਇਤਿਹਾਸ ਦੇ ਪੰਨੇ ਸੁਣਨ ਵਾਸਤੇ ਬੈਠੇ ਆ ਨਾ, ਇਤਿਹਾਸ ਦੇ ਪੰਨਿਆਂ ਵਿੱਚੋਂ ਜੋ ਕੁਝ ਸਾਡੀ ਜ਼ਿੰਦਗੀ ਦੀ ਸਿੱਖਿਆ ਉਹਨੂੰ ਜ਼ਰੂਰ ਅਪਣਾਉਣ ਦੀ ਜ਼ਰੂਰਤ ਹੈ। ਸਾਡਾ ਇਹ ਕਲਚਰ ਸੀ, ਜਿਹੜੀ ਸੱਭਿਅਤਾ ਵਿੱਚ ਤੁਸੀਂ ਅੱਜ ਪਲ ਰਹੇ ਹੋ ਨਾ, ਖਿਮਾ ਕਰਨਾ ਮੇਰੇ ਅੱਖਰ ਸ਼ਾਇਦ ਬੁਰੇ ਲੱਗਣ, ਪਰ ਜਿਵੇਂ ਸਾਡੇ ਨੌਜਵਾਨ ਬੱਚੇ ਟੀਨੇਜਰ ਤੋਂ ਗਾਂਹ ਹੋ ਕਰਕੇ ਅਡਲਟ ਹੁੰਦੇ ਨੇ, ਇਹਨਾਂ ਦੇ ਰਿਸ਼ਤੇ ਬਣਨੇ ਨੇ, ਤੇ ਇਹਨਾਂ ਦੇ ਮਨਾਂ ਵਿੱਚ ਇਹ ਧਾਰਨਾਵਾਂ ਬਣ ਗਈਆਂ ਨੇ ਵੀ ਜਿੰਨਾ ਚਿਰ ਅਸੀਂ ਪਹਿਲੋਂ ਇੱਕ ਦੂਜੇ ਨੂੰ ਜਾਣ ਨਹੀਂ ਲੈਂਦੇ, ਪਛਾਣ ਨਹੀਂ ਲੈਂਦੇ, ਇੱਕ ਦੂਜੇ ਨਾਲ ਰਹਿ ਨਹੀਂ ਲੈਂਦੇ, ਉਹਨਾਂ 'ਚ ਸਾਡਾ ਰਿਸ਼ਤਾ ਕਿਵੇਂ ਨਿਭੇਗਾ। ਪਰ ਸਾਡੇ ਕਲਚਰ ਦਾ ਹਿੱਸਾ ਨਹੀਂ ਆ ਇਹ ਚੀਜ਼ਾਂ, ਸਾਡੇ ਕਲਚਰ ਦਾ ਹਿੱਸਾ ਨਹੀਂ ਨੇ ਇਹ ਗੱਲਾਂ। ਜੇ ਅਸੀਂ ਆਨੰਦ ਕਾਰਜ ਨੂੰ ਗੁਰਮਤਿ ਦੇ ਅੱਖਰ ਦਿੰਦੇ ਹਾਂ ਤੇ ਨਾਲ ਵਿਆਹ ਅੱਖਰ ਵੀ ਇੱਕ ਵਰਤਿਆ ਜਾਂਦਾ ਹੈ, ਬਾਣੀ ਵਿੱਚ ਵੀ ਵਰਤਿਆ ਗਿਆ ਹੈ। ਤੇ ਵਿਵਾਹ ਦਾ ਅਰਥ ਪਤਾ ਕੀ ਜੇ? ਵਿਵਾਹ ਦਾ ਅਰਥ ਆ ਪਹਿਲਾ ਮਿਲਾਪ। ਜਦੋਂ ਉਸ ਦੰਪਤ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਨਮੁਖ ਹਜ਼ੂਰੀ ਵਿੱਚ ਬੈਠਣਾ ਨਾ ਆਨੰਦ ਕਰਦੀਆਂ ਲਾਵਾਂ ਵਾਸਤੇ, ਉਹ ਪਹਿਲੀ ਵਾਰ ਮਿਲੇ ਨੇ, ਉਦੋਂ ਵਿਵਾਹ ਦਾ ਅਰਥ ਆਇਆ ਵੀ ਪਹਿਲਾ ਮਿਲਾਪ ਹੋਇਆ ਹੈ। ਅਸੀਂ ਇਹ ਗੱਲਾਂ ਨੂੰ ਰਹਿਣ ਕਿੱਥੇ ਦਿੱਤਾ ਆਪਣੀ ਜ਼ਿੰਦਗੀ ਵਿੱਚ? ਅਸੀਂ ਕਿੱਥੋਂ ਤੱਕ ਨਿਗਾਰ ਵਿੱਚ ਜਾਵਾਂਗੇ? ਇਸ ਕਰਕੇ ਦੋ ਤਿੰਨ ਚੀਜ਼ਾਂ ਇਸ ਵਿਸ਼ੇ ਦੇ ਉੱਤੇ ਟੁੰਬਣ ਵਾਲੀਆਂ ਨੇ, ਛੇੜਨ ਵਾਲੀਆਂ ਨੇ। ਕਿਉਂਕਿ ਪਹਿਲੀ ਗੱਲ, ਇਹ ਚੀਜ਼ਾਂ ਸਾਡੇ ਨਹੀਂ ਇੱਕ ਦੂਜੇ ਨੂੰ ਜਾਣ ਕੇ ਫੇਰ ਦੱਸਣਾ ਆ। ਕਿਮਾ ਕਰਨਾ ਮੇਰਾ ਕੋਈ ਫਿਲਮੀ ਡਾਇਲਾਗ ਬੋਲਣ ਦਾ ਮਕਸਦ ਨਹੀਂ ਆ, ਪਰ ਉਹਦੇ ਵਿੱਚ ਵੀ ਇੱਕ ਨਾ ਕਈ ਵਾਰੀ ਭਾਵੇਂ ਕੋਈ ਬੁਰੀ ਚੀਜ਼ ਵੀ ਆ, ਮਹਾਰਾਜ ਦੀ ਬਾਣੀ ਨੇ ਬਚਨ ਕੀਤਾ ਵੀ ਸਾਂਝ ਕੀਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀਐ। ਜਿੱਥੋਂ ਭਾਵੇਂ ਦੁਸ਼ਮਣ ਤੋਂ, ਕਿਸੇ ਵਿਰੋਧੀ ਤੋਂ, ਕਿਸੇ ਬੁਰੇ ਥਾਂ ਤੋਂ ਵੀ ਚੰਗਾ ਗੁਣ ਮਿਲ ਸਕਦਾ ਹੈ। ਅਵਗੁਣੀ ਭਰਪੂਰ ਹੈ, ਗੁਣ ਪੀ ਵਸੇ ਨਾਲ। ਜਿਹੜਾ ਸਾਰਾ ਹੀ ਔਗਣਾਂ ਦਾ ਭਰਿਆ ਹੋਇਆ ਬੰਦਾ ਨਾ, ਕਦੇ ਨਾ ਕਦੇ ਕੋਈ ਨਾ ਕੋਈ ਗੁਣ ਉਹਦੇ ਵਿੱਚ ਵੀ ਹੋ ਸਕਦਾ ਹੈ। ਮੈਂ ਇਹ ਗੱਲ ਤਾਂ ਸਾਂਝੀ ਕੀਤੀ ਵੀ ਇੱਕ ਇਹੋ ਜਿਹਾ ਡਾਇਲਾਗ ਹੈ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਧੀਓ ਮੇਰੀਆਂ ਬੱਚੀਆਂ ਵਰਗੀਆਂ, ਜੇ ਤੁਸੀਂ ਕਿਤੇ ਇਸ ਗੱਲ ਦਾ ਬੁਰਾ ਨਾ ਮੰਨਣਾ ਮੇਰੇ ਅੱਖਰਾਂ ਦਾ, ਪਰ ਇਹ ਸਾਡੀ ਦਾਸਤਾਨ ਆ, ਸਾਡਾ ਦੁਖਾਂਤ ਹੈ ਅੱਜ ਦਾ। ਉਸ ਹਾਲਾਤ ਵਿੱਚ ਇੱਕ ਧੀ ਆਪਣੇ ਬਾਪੂ ਨੂੰ ਕਹਿੰਦੀ ਹੈ, ਬਾਪੂ, ਮੁਸਲਮਾਨੀ ਅੱਖਰਾਂ ਵਿੱਚ ਨੇ ਜਿਹੜੇ ਡਾਇਲਾਗ ਆ, ਮੈਂ ਵਿਆਹ ਕਰਨਾ ਚਾਹੁੰਦੀ, ਮੈਂ ਨਿਕਾਹ ਕਰਨਾ ਚਾਹੁੰਦੀ ਹਾਂ, ਤੇ ਦੱਸ ਧੀਏ ਤੇਰਾ ਕੀ ਸ਼ੌਂਕ ਹੈ? ਉਹਨੇ ਵੀ ਤੁਹਾਡੇ ਇਸ ਅੱਜ ਦੀ ਸੱਭਿਅਤਾ ਵਾਲਾ ਜਿਹੜਾ ਤੁਹਾਡੇ ਜੀਵਨ ਵਿੱਚ ਅੱਜ ਵਰਤਦਾ ਉਹ ਡਾਇਲਾਗ ਬੋਲਿਆ, ਬਾਪੂ ਮੈਂ ਚਾਹੁੰਦੀ ਹਾਂ ਜਿਹਦੇ ਨਾਲ ਮੇਰਾ ਨਿਕਾਹ ਹੋਵੇ, ਮੇਰਾ ਜਿਹਦੇ ਨਾਲ ਰਿਸ਼ਤਾ ਹੋਵੇ, ਮੈਂ ਉਹਨੂੰ ਜਾਣ ਲਵਾਂ, ਮੈਂ ਉਹਨੂੰ ਸਮਝ ਲਵਾਂ, ਮੈਂ ਵਿਆਹ ਤੋਂ ਨਿਕਾਹ ਤੋਂ ਪਹਿਲਾਂ ਮੈਂ ਉਹਦੇ ਮਨ ਦਾ ਤੇ ਮੈਂ ਆਪਣੇ ਮਨ ਦਾ ਪ੍ਰੇਮ ਪਾਲਾਂ ਉਹਦੇ ਨਾਲ, ਤੇ ਫਿਰ ਮੇਰਾ ਉਹਦੇ ਨਾਲ ਵਿਆਹ ਹੋਵੇ। ਤੇ ਬਾਪੂ ਅੱਖਾਂ 'ਚ ਹੰਝੂ ਭਰ ਕੇ ਇੱਕ ਅੱਖਰ ਬੋਲਦਾ, ਮੇਰੇ ਤੇ ਬੜਾ ਅਸਰ ਕੀਤਾ ਉਸ ਅੱਖਰ ਨੇ, ਤੁਹਾਡੇ ਤੇ ਪਤਾ ਨਹੀਂ ਕਿੰਨਾ ਕੁ ਕਰੇਗਾ। ਬਾਪੂ ਅੱਗਿਓਂ ਜਿਹੜਾ ਅੱਖਰ ਬੋਲਦਾ, ਕਹਿੰਦਾ ਧੀਏ ਇਹ ਨਾ ਕਹਿ ਵੀ ਜਿਹੜੇ ਨਾਲ ਮੈਂ ਵਿਆਹ ਕਰਨਾ ਮੈਂ ਉਹਦੇ ਨਾਲ ਵਿਆਹ ਕਰਨਾ ਜਿਹਦੇ ਨਾਲ ਮੇਰਾ ਪ੍ਰੇਮ ਹੋਵੇ। ਅਸਲ ਵਿੱਚ ਕਹਿੰਦੇ ਆਪਣੇ ਖੁਦਾਵੰਦ ਕਰੀਮ ਪਰਮਾਤਮਾ ਕੋਲੋਂ ਇਹ ਮੰਗ, ਜਿਹਦੇ ਨਾਲ ਮੇਰਾ ਵਿਆਹ ਹੋਵੇ, ਮੇਰਾ ਉਹਦੇ ਨਾਲ ਪ੍ਰੇਮ ਬਣ ਜਾਏ। ਅੱਖਰ ਬੜੇ ਨੇੜੇ ਦੇ ਹੀ ਨੇ, ਸਮਝਿਓ ਜੀ ਇਸ ਗੱਲ ਨੂੰ। ਇਸ ਗੱਲ ਨੂੰ ਨਾ ਮੰਗ ਖੁਦਾ ਕੋਲੋਂ ਕਿ ਮੈਂ ਜਿਹਦੇ ਨਾਲ ਪ੍ਰੇਮ ਬਣ ਜਾਏ ਮੈਂ ਉਹਦੇ ਨਾਲ ਵਿਆਹ ਕਰਨਾ ਵਾ, ਨਹੀਂ, ਇਹ ਅਰਦਾਸ ਕਰ ਆਪਣੇ ਖੁਦਾ ਦੇ ਅੱਗੇ ਵੀ ਜਿਹਦੇ ਨਾਲ ਮੇਰਾ ਵਿਆਹ ਹੋਵੇ, ਮੇਰਾ ਉਹਦੇ ਨਾਲ ਪ੍ਰੇਮ ਬਣ ਜਾਏ, ਮੇਰੇ ਉਹਦੇ ਨਾਲ ਗੜਬੜ ਨਾ ਪਏ, ਉਹਦੇ ਨਾਲ ਖਟਪਟੀ ਨਾ ਪਏ, ਉਹਦੇ ਨਾਲ ਲੜਾਈ ਝਗੜਾ ਨਾ ਪਏ। ਜੇ ਇਹ ਪ੍ਰੇਮ ਬਣੇਗਾ ਤੇ ਸੱਚ ਜਾਣਿਓ ਵਿਆਹੁਤਾ ਜ਼ਿੰਦਗੀ ਸੁੱਖਾਂ ਵਿੱਚ ਜੀਵੇਗੀ। ਜਿਹੜੇ ਪ੍ਰੇਮ ਨੂੰ ਤੁਸੀਂ ਸਮਝਣਾ ਚਾਹੁੰਦੇ ਹੋ ਵੀ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਜਾਣਨਾ ਸਮਝਣਾ, ਇਹ ਟੋਟਲੀ ਡਿਫਰੈਂਟ ਆ। ਤੁਸੀਂ ਮੰਨੋ ਜਾਂ ਨਾ ਮੰਨੋ, ਜਿੰਨੀ ਦੇਰ ਤੱਕ ਵਿਆਹ ਨਹੀਂ ਹੁੰਦਾ ਉਨੀ ਦੇਰ ਤੱਕ ਦੁਨੀਆ ਦੀਆਂ ਸਮਾਜ ਦੀਆਂ ਜ਼ਿੰਮੇਵਾਰੀਆਂ ਨਹੀਂ ਪੈਂਦੀਆਂ। ਤੇ ਜ਼ਿੰਮੇਵਾਰੀਆਂ ਤੋਂ ਪਹਿਲਾਂ ਜਿਹੜਾ ਤੁਹਾਡਾ ਪਿਆਰ ਹੋਏਗਾ ਨਾ, ਉਹ ਬੜੇ ਹੋਰ ਵੱਖਰੇ ਰੰਗ ਦਾ ਹੋਏਗਾ।
ਪਰ ਉਹ ਵੱਖਰੇ ਰੰਗ ਦਾ ਦੁਨੀਆ ਦੀ ਹਾਸ-ਰਾਸ ਦੀ ਜ਼ਿੰਦਗੀ ਦਾ ਪ੍ਰੇਮ ਜਿੱਦਣ ਵਿਆਹ ਤੋਂ ਬਾਅਦ ਤੁਹਾਡੇ ਸਿਰ ਤੇ ਜ਼ਿੰਮੇਵਾਰੀਆਂ ਪਈਆਂ, ਇਹ ਟੁੱਟ ਜਾਏਗਾ, ਇਹ ਟੁੱਟ ਜਾਣਾ। ਕਿਉਂਕਿ ਜ਼ਿੰਮੇਵਾਰੀਆਂ ਤੋਂ ਬਾਅਦ ਵਾਲਾ ਪ੍ਰੇਮ ਜਿਹੜਾ ਹੋਰ ਹੋਣਾ ਹੈ। ਇਸੇ ਕਰਕੇ ਅੱਜ ਜਿਹਨੂੰ ਤੁਸੀਂ ਡਾਇਵੋਰਸ ਕਹਿੰਦੇ ਹੋ ਜਾਂ ਤਲਾਕ ਕਹਿੰਦੇ ਹੋ, ਜ਼ਿਆਦਾ ਇਹ ਨੌਬਤਾਂ ਕਿਉਂ ਬਣ ਰਹੀਆਂ ਨੇ? ਇਸੇ ਕਰਕੇ ਬਣ ਰਹੀਆਂ ਨੇ ਕਿ ਅਸੀਂ ਵਿਆਹ ਤੋਂ ਪਹਿਲਾਂ ਜਿਹੜਾ ਕੁਝ ਜਾਣਿਆ ਹੁੰਦਾ ਆ, ਵਿਆਹ ਤੋਂ ਬਾਅਦ ਉਹ ਮਿਲਦਾ ਨਹੀਂ। ਉਹ ਚੀਜ਼ਾਂ ਸਾਡੀਆਂ ਆਪਸ਼ਨਾਂ ਪੂਰੀਆਂ ਨਹੀਂ ਹੁੰਦੀਆਂ ਜਿਹੜੀਆਂ ਵਿਆਹ ਤੋਂ ਪਹਿਲਾਂ ਸਮਝੀਆਂ ਹੁੰਦੀਆਂ ਨੇ। ਉਹ ਮੁੜ ਕੇ ਸਮਝ ਲਿਓ ਅੱਗੇ ਬਾਹਰ ਬੈਠੇ ਵੀ ਬਚਨ ਹੋ ਰਹੇ ਸਨ ਸਿੰਘਾਂ ਨਾਲ ਕੱਲ੍ਹ, ਕਹਿਣ ਲੱਗੇ ਅੱਜ ਦੇ ਸਾਡੇ ਬੱਚਿਆਂ 'ਚ ਰੁਝਾਨ ਇਹ ਬਣ ਗਿਆ ਵੀ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਜਾਣਨਾ ਆ, ਪਰ ਜਾਣਦਿਆਂ ਜਦੋਂ ਵਿਆਹ ਹੁੰਦਾ ਨੇ ਤੇ ਕੁਝ ਹਫ਼ਤਿਆਂ ਵਿੱਚ ਮੁੜ ਕੇ ਇੰਨੀ ਆਪਸ ਵਿੱਚ ਖਟੋ-ਪਟੀ ਪੈਂਦੀ ਏ ਵੀ ਮਹੀਨੇ ਨਹੀਂ ਲੰਘਦੇ, ਮੁੜ ਕੇ ਡਾਇਵੋਰਸਾਂ ਤੱਕ ਗੱਲਾਂ ਚਲੀਆਂ ਜਾਂਦੀਆਂ ਨੇ, ਮੁੜ ਕੇ ਤਲਾਕ ਤੱਕ ਗੱਲਾਂ ਚਲੀਆਂ ਜਾਂਦੀਆਂ ਨੇ। ਹਕੀਕਤ ਇਹ ਹੈ ਵੀ ਜਿਹੜਾ ਵਿਆਹ ਤੋਂ ਪਹਿਲੋਂ ਇੱਕ ਦੂਜੇ ਨੂੰ ਮਿਲ ਕੇ ਪ੍ਰੇਮ ਪੈਣਾ ਆ ਨਾ, ਸੱਚ ਜਾਣਿਓ ਉਹ ਪ੍ਰੇਮ ਜ਼ਿੰਮੇਵਾਰੀਆਂ ਤੋਂ ਬਾਅਦ ਨਹੀਂ ਨਿਭਣਾ, ਜ਼ਿੰਮੇਵਾਰੀਆਂ ਪੈਣ ਤੋਂ ਬਾਅਦ ਵੱਖਰੇ ਤਰੀਕੇ ਦਾ ਪ੍ਰੇਮ ਬਣਨਾ ਆ। ਅਰਦਾਸ ਇਹ ਕਰੀਏ ਸੱਚੇ ਪਾਤਸ਼ਾਹ, ਜਦੋਂ ਸਾਡਾ ਆਨੰਦ ਕਾਰਜ ਹੋਵੇ, ਇਕੱਲਾ ਇਹ ਨਹੀਂ ਵੀ ਬੱਚੀਆਂ 'ਤੇ ਆਏ, ਇਹ ਬੱਚਿਆਂ 'ਤੇ ਵੀ ਡਿਪੈਂਡ ਕਰਦਾ, ਨਾਲ ਹੀ ਲਾਗੂ ਹੋਣਾ ਆ। ਆਪਣੀ ਜ਼ਿੰਦਗੀ ਵਿੱਚ ਇਸ ਚੀਜ਼ ਨੂੰ ਕਮਾ ਕੇ ਵੇਖਣ ਦਾ ਯਤਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਾਬਿਆਂ ਵਿੱਚ ਜਦੋਂ ਆਨੰਦ ਕਾਰਜ ਹੁੰਦਾ, ਸੱਚ ਜਾਣਿਓ ਆਨੰਦ ਕਾਰਜ ਵਿੱਚ ਵਿਸ਼ੇਸ਼ ਕਰਕੇ 2-3 ਵਾਰ ਅਰਦਾਸ ਹੁੰਦੀ ਆ। ਮੈਂ ਅੱਗੇ ਵੀ ਸ਼ਾਇਦ ਇੱਕ ਆਨੰਦ ਕਾਰਜ ਦੇ ਉੱਤੇ ਵੀ ਬੇਨਤੀ ਕੀਤੀ ਸੀ ਵੀ ਸਿੱਖ ਹੋ ਕੇ ਅਸੀਂ ਇਸ ਗੱਲ ਨੂੰ ਤੇ ਜਾਣਦੇ ਹਾਂ ਨਾ ਵੀ ਗੁਰੂ ਕੇ ਸਿੱਖ ਦੀ ਕੀਤੀ ਹੋਈ ਅਰਦਾਸ ਦੇ ਕੀ ਮਾਇਨੇ ਨੇ, ਅਰਦਾਸ ਦੇ ਕੀ ਅਰਥ ਨੇ। ਤੇ ਅਰਦਾਸ ਦੇ ਅਰਥ ਕਿ ਗੁਰਸਿੱਖ ਨੇ ਜੋ ਅਰਦਾਸ ਕੀਤੀ ਉਸ ਅਰਦਾਸ ਨੂੰ ਪੂਰੀ ਕਰਨ ਵਾਸਤੇ ਸਿਰ ਕੁਰਬਾਨ ਹੋ ਸਕਦਾ ਹੈ, ਪਰ ਗੁਰਸਿੱਖ ਆਪਣੀ ਅਰਦਾਸ ਤੋਂ ਨਹੀਂ ਮੁੜ ਸਕਦਾ। ਸਾਡਾ ਇਤਿਹਾਸ ਆ। ਪਰ ਅਸੀਂ ਦੋਵੇਂ ਜਦੋਂ ਵਿਆਹ ਹੁੰਦਾ, ਬੱਚਾ ਬੱਚੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਤਾਬਿਆ ਬੈਠੇ ਹੋਏ ਨੇ, ਨਾਲ ਕਿੰਨੇ ਗਿਣਤੀ ਦੇ ਪਰਿਵਾਰ ਰਿਸ਼ਤੇਦਾਰ ਸਾਰੇ ਖਲੋ ਕੇ, ਮਾਂ ਬਾਪ ਖਲੋ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੁੰਦੀ ਏ। ਤੇ ਅਰਦਾਸ ਉਹ ਹੈ ਜਿਹੜੀ ਸਿਰ ਕੁਰਬਾਨ ਕਰਕੇ ਵੀ ਆਪਾਂ ਅਰਦਾਸ ਨਿਭਾਉਣੀ ਏ। ਤੇ ਸਾਡੇ ਵਖਰੇਵੇਂ ਕਿਹੜੀ ਗੱਲਾਂ ਤੋਂ ਪੈ ਗਏ ਜੀ? ਇਹਨੇ ਮੇਰੀ ਪਸੰਦ ਦਾ ਸੂਟ ਨਹੀਂ ਲੈ ਕੇ ਦਿੱਤਾ, ਇਹਨੇ ਮੇਰੇ ਪਸੰਦ ਦਾ ਗਹਿਣਾ ਨਹੀਂ ਲੈ ਕੇ ਦਿੱਤਾ, ਇਹ ਮੇਰੇ ਪਸੰਦ ਦੀ ਰਹਿਣੀ ਵਿੱਚ ਨਹੀਂ ਰਹਿੰਦਾ, ਮੈਂ ਚਾਹੁੰਦਾ ਵੀ ਮੈਂ ਇਹਦੇ ਪਰਿਵਾਰ ਨਾਲ ਮਾਂ ਬਾਪ ਨਾਲ ਨਹੀਂ ਰਹਿਣਾ, ਇਹ ਚਾਹੁੰਦਾ ਮੇਰੇ ਮਾਂ ਬਾਪ ਨਾਲ ਨਹੀਂ ਰਿਸ਼ਤਾ ਰੱਖਣਾ। ਇਹਨਾਂ ਗੱਲਾਂ ਤੋਂ ਸਾਡੇ ਡਿਵੋਰਸ ਹੋ ਗਏ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਆਪਸ ਵਿੱਚ ਬਹਿ ਕੇ ਸੋਲਿਡ ਇਹਦੇ ਕੋਈ ਸੋਲੂਸ਼ਨ ਲੱਭਣੇ ਸਨ। ਇਹਨਾਂ ਗੱਲਾਂ ਤੋਂ ਦੁਖੀ ਹੋ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਵਿੱਚ 2 ਵਾਰ ਅਰਦਾਸ ਹੋ ਕੇ ਆਨੰਦ ਕਾਰਜ ਹੋਇਆ ਸੀ, ਉਹ ਨਹੀਂ ਸੀ ਤੋੜਨਾ, ਉਹ ਨਹੀਂ ਸੀ ਟੁੱਟਣ ਦੇਣਾ ਚਾਹੀਦਾ। ਕਿਉਂਕਿ ਸਿੱਖ ਡਿਕਸ਼ਨਰੀ ਦੇ ਵਿੱਚ ਤਲਾਕ ਵਰਗੀ, ਡਾਇਵੋਰਸ ਵਰਗੀ ਥਾਂ ਹੀ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਆਨੰਦ ਕਾਰਜ ਹੋ ਜਾਏ ਤੇ ਉਹਦੇ ਵਿੱਚੋਂ ਬਾਅਦ 'ਚ ਤਲਾਕ ਵਾਲੀ ਤੇ ਡਾਇਵੋਰਸ ਵਾਲੀ ਡਿਕਸ਼ਨਰੀ ਵਿੱਚ ਸਾਡੀ ਡਿਕਸ਼ਨਰੀ ਵਿੱਚ ਅੱਖਰ ਨਹੀਂ ਹੈ। ਸਾਡੇ ਪੁਰਾਣੇ ਸਮਾਜ ਦੇ ਬਜ਼ੁਰਗ ਜਾਣਦੇ ਹੋਣਗੇ, ਪੁਰਾਣਿਆਂ ਬਜ਼ੁਰਗਾਂ ਦੇ ਇਹ ਮੁਹਾਵਰੇ ਹੁੰਦੇ ਸਨ ਵੀ ਧੀ ਧਿਆਣੀ ਡੋਲੀ ਵਿੱਚ ਸਹੁਰੇ ਘਰ ਆਉਂਦੀ ਏ ਤੇ ਉਸ ਸਹੁਰੇ ਘਰ ਵਿੱਚੋਂ ਅਰਥੀ ਤੇ ਉੱਠ ਸਕਦੀ ਏ, ਉਹ ਮੁੜ ਕੇ ਵਾਪਸ ਨਹੀਂ ਜਾਂਦੀ। ਸਾਡਾ ਕਲਚਰ ਆ ਸੀ। ਅਸੀਂ ਇਸ ਸੱਭਿਅਤਾ ਵਿੱਚ ਰਲ ਗਏ, ਇੰਨੇ ਕਿ ਇਸ ਵਿੱਚ ਮਿਕਸ ਹੋ ਗਏ ਵੀ ਸਾਨੂੰ ਆਪਣੀ ਸੱਭਿਅਤਾ ਪਛਾਣਨੀ ਭੁੱਲ ਗਈ। ਹੁਣ ਉਸ ਨਿਹੰਗ ਖਾਂ ਦੀ ਬੱਚੀ ਮੁਮਤਾਜ਼ ਦੀ ਜਦੋਂ ਆਪਾਂ ਕਹਾਣੀ ਪੜ੍ਹਦੇ ਹਾਂ, ਉਹਦਾ ਕੋਈ ਵਿਆਹ ਨਹੀਂ ਹੋਇਆ, ਕੋਈ ਨਿਕਾਹ ਨਹੀਂ ਕੀਤਾ ਗਿਆ, ਕੋਈ ਅਰਦਾਸ ਨਹੀਂ ਕੀਤੀ ਗਈ। ਉਹਦੇ ਪਿਓ ਨੇ, ਉਹਦੇ ਬਾਬਲ ਨੇ ਕਿਸੇ ਮਜਬੂਰੀ ਵਸ ਉਸ ਪੁਲਿਸ ਦੀ, ਉਸ ਫੌਜ ਦੀ ਟੁਕੜੀ ਨੂੰ ਆਪਣੇ ਘਰੋਂ ਟਾਲਣ ਵਾਸਤੇ ਕੇਵਲ ਆਪਣੀ ਜ਼ਬਾਨ ਤੋਂ ਬੋਲਿਆ ਵੀ ਮੇਰੇ ਕਮਰੇ ਦੇ ਅੰਦਰ ਮੇਰੀ ਧੀ ਦਾ ਘਰ ਵਾਲਾ ਆ। ਤੇ ਉਸ ਬੱਚੀ ਨੇ ਸਾਰੀ ਜ਼ਿੰਦਗੀ ਉਸ ਆਪਣੇ ਪਿਓ ਦਾ ਬਚਨ ਨਿਭਾਉਣ ਵਾਸਤੇ ਲਾ ਦਿੱਤੀ। ਆਪਣੇ ਬਾਪੂ ਦਾ ਬਚਨ ਨਹੀਂ ਟੁੱਟਣ ਦਿੱਤਾ ਉਹਨੇ। ਮੇਰੇ ਪਿਓ ਦੀ ਪੱਗ ਦਾ ਸਵਾਲ ਆ, ਕਿਉਂਕਿ ਮੇਰੇ ਪਿਓ ਨੇ ਬੋਲਿਆ ਆ। ਇਹ ਕਦਰ ਸਾਡੇ ਜੀਵਨ ਵਿੱਚ ਸਾਨੂੰ ਸਮਝਣੀ ਪਏਗੀ। ਇਸ ਆਨੰਦ ਕਾਰਜ ਦੀ, ਇਸ ਵਿਆਹ ਦੀ ਅਹਿਮੀਅਤ ਸਮਝਣੀ ਪਏਗੀ। ਇੱਥੇ ਇੱਕ ਹੋਰ ਬੜਾ ਟਪਲਾ ਜਿਹਾ ਜੀ ਦੁਖਾਂਤ ਸਿੰਘ ਜ਼ਾਹਰ ਕਰ ਰਹੇ ਸੀ ਵੀ ਕੁਝ ਬੱਚੇ ਐਸੇ ਨੇ ਜਿਹੜੇ ਇਹੋ ਜਿਹੇ ਰਾਹ 'ਤੇ ਤੁਰ ਪਏ, ਨਹੀਂ ਜੀ ਸਾਨੂੰ ਲੋੜ ਨਹੀਂ ਇਹਦੀ, ਵਿਆਹ ਦੀ ਲੋੜ ਨਹੀਂ, ਆਨੰਦ ਕਾਰਜ ਦੀ ਲੋੜ ਨਹੀਂ ਸਮਝਦੇ, ਭਾਵੇਂ ਬੱਚੇ ਨੇ ਭਾਵੇਂ ਬੱਚੀਆਂ ਨੇ। ਗੁਰੂ ਕੇ ਪਿਆਰਿਓ, ਹੱਥ ਜੋੜ ਕੇ ਬੇਨਤੀ ਏ, ਤੁਸੀਂ ਆਉਣ ਵਾਲਾ ਸਾਡੀ ਕੌਮ ਦਾ ਭਵਿੱਖ ਹੋ, ਸਾਡੀ ਆਉਣ ਵਾਲੀ ਪੀੜ੍ਹੀ ਦਾ, ਨਵੀਂ ਪੀੜ੍ਹੀ ਦਾ ਭਵਿੱਖ ਹੋ ਤੁਸੀਂ। ਜੇ ਤੁਸੀਂ ਇਸ ਰਾਹ ਤੁਰ ਗਏ
ਤੇ ਜਿਹੜਾ ਚਾਹ ਲੈ ਕੇ ਤੁਸੀਂ ਇੱਥੇ ਬੈਠੇ ਹੋ ਨਾਮ ਅਭਿਆਸ ਕਮਾਈ ਦਾ, ਆਉਣ ਵਾਲੇ ਫਿਊਚਰ ਵਿੱਚ ਕਿੱਥੋਂ ਆਉਣਗੇ ਉਹ ਬੱਚੇ? ਫਿਰ ਉਹ ਜਿਹੜਾ ਪਰਿਵਾਰ, ਉਹ ਗਾਂ ਸਾਡਾ ਫਿਊਚਰ ਕਿੱਥੋਂ ਆਏਗਾ ਜੇ ਤੁਸੀਂ ਇਸ ਆਨੰਦ ਕਾਰਜ ਵਿਆਹ ਵਾਲੇ ਰਾਹ ਤੋਂ ਭੱਜੋਗੇ? ਇਹਨਾਂ ਰਾਹਾਂ ਨੂੰ ਅਪਣਾਉਣਾ ਹੈ। ਗੁਰਮਤਿ ਦੀ ਫਿਲਾਸਫੀ ਹੋਈ ਹੈ, ਗੁਰਮਤਿ ਦੀ ਸਿੱਖਿਆ ਹੋਈ ਹੈ, ਔਰ ਉਹਨਾਂ ਨੂੰ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਅਪਣਾਉਣਾ ਹੈ। ਸਾਡੇ ਇਤਿਹਾਸ ਦੇ ਨਾਲ ਪੰਨਿਆਂ ਤੋਂ ਜੋ ਸਿੱਖਿਆਵਾਂ ਮਿਲਦੀਆਂ ਨੇ ਉਹਨਾਂ ਨੂੰ ਧਾਰਨ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚੱਲਦੇ ਨੇ, ਇੱਥੋਂ ਜਾ ਕਰਕੇ ਚਮਕੌਰ ਦੀ ਕੱਚੀ ਹਵੇਲੀ ਦੇ ਅੰਦਰ ਪ੍ਰਵੇਸ਼ ਹੁੰਦੇ ਨੇ। ਸਭ ਜਾਣੋ ਇੱਥੇ ਦਾ ਜਿਹੜਾ ਇਤਿਹਾਸ ਹੈ ਉਹ ਬਹੁਤ ਹੀ ਵੈਰਾਗਮਈ ਵੀ ਕਹਿ ਸਕਦੇ ਹਾਂ। ਅਤੇ ਇਸ ਹਵੇਲੀ ਵਿੱਚ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ 'ਤੇ ਪਿਆਰ ਜਤਾਇਆ, ਇਹ ਵੀ ਇੱਕ ਵੱਖਰਾ ਨਮੂਨਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਦਾ। ਜ਼ਿਕਰ ਆਉਂਦਾ ਵੀ 7 ਪੋਹ ਦੀ ਸ਼ਾਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਆਣ ਕੇ ਪ੍ਰਵੇਸ਼ ਹੋਏ। ਰਾਤ ਪਈ ਹੈ। ਹੁਣ ਪਿੱਛੋਂ ਕਦੋਂ ਦੇ ਚੱਲੇ ਨੇ ਜੀ? ਬਹੁਤਿਆਂ ਇਤਿਹਾਸਕਾਰਾਂ ਨੇ ਜਿੱਥੋਂ ਤੱਕ ਸੁਣਿਆ ਜ਼ਿਆਦਾਤਰ ਇਹ ਹੋਏਗਾ ਵੀ 6 ਪੋਹ ਨੂੰ ਅਨੰਦਪੁਰ ਸਾਹਿਬ ਛੱਡਿਆ। ਪਰ ਮਹਾਂਪੁਰਸ਼ਾਂ ਜਾਂ ਜਥੇਬੰਦੀ ਦਾ ਜਿਹੜਾ ਜੀਵਨ ਬਿਓਰਾ ਮਹਾਰਾਜ ਸਾਹਿਬ ਦਾ 10 ਗੁਰੂ ਸਾਹਿਬਾਂ ਦਾ ਬਣਿਆ, ਉਹਦੇ ਵਿੱਚ ਜੋ ਸਾਡੇ ਵੱਡੇ ਗਿਆਨੀਆਂ ਨੇ ਬਣਾਇਆ, ਉਹਦੇ ਵਿੱਚ ਮੈਂ ਪੜ੍ਹ ਕੇ ਆਇਆ ਸੀ, ਉੱਥੇ 5 ਪੋਹ ਦੀ ਰਾਤ ਨੂੰ ਲਿਖਿਆ ਹੋਇਆ ਉਹਨਾਂ ਨੇ। ਖੈਰ ਕੋਈ ਗੱਲ ਨਹੀਂ, 5 ਹੋਵੇ 6 ਹੋਵੇ। ਹੁਣ 5 ਪੋਹ ਦੀ ਰਾਤ ਜਾਂ 6 ਪੋਹ ਦੀ ਰਾਤ ਨੂੰ ਚੱਲੇ ਨੇ। 5 ਪੋਹ ਦੀ ਰਾਤ ਨੂੰ ਜੇ ਚੱਲੇ ਹੋਣ ਤੇ ਉਹ ਰਾਤ ਵੀ ਲੰਘ ਗਈ ਏ। 6 ਪੋਹ ਦਾ ਦਿਨ ਵੀ ਲੰਘ ਗਿਆ ਹੈ, 6 ਪੋਹ ਦੀ ਰਾਤ ਲੰਘ ਗਈ ਏ, 7 ਪੋਹ ਦਾ ਦਿਨ ਲੰਘ ਗਿਆ ਏ। ਤੇ ਜਦੋਂ ਦੇ ਅਨੰਦਪੁਰ ਸਾਹਿਬ ਤੋਂ ਚੱਲੇ, ਉੱਥੋਂ ਕਿਉਂ ਚੱਲੇ ਸੀ ਜੀ? ਕਿਉਂਕਿ ਉੱਥੇ ਭੁੱਖ ਸਤਾਉਂਦੀ ਸੀ, ਕਿਉਂਕਿ ਉੱਥੇ ਛਕਣ ਨੂੰ ਕੁਝ ਨਹੀਂ ਸੀ। ਬਿਰਛਾਂ ਦੀਆਂ ਛਿੱਲਾਂ ਪੀ ਕੇ ਉਬਾਲ ਕੇ ਪੀ ਲਈਆਂ ਸਨ, ਬਿਰਛਾਂ ਦੇ ਪੱਤੇ ਵੀ ਉਬਾਲ ਕੇ ਖਾ ਲਏ ਸਨ। ਨਹੀਂ ਸੀ ਹੋਰ ਕੋਈ ਲੱਭਦਾ ਉੱਥੇ। ਭੁੱਖ ਤੋਂ ਸਤਾਏ ਉੱਥੇ ਚੱਲੇ ਸੀ ਉੱਥੇ। ਹੁਣ ਇਹ ਗੱਲ ਨੂੰ ਆਪਣੇ ਆਪ ਦੇ ਵਿੱਚ ਫੀਲ ਕਰਕੇ ਵੇਖੀਏ ਵੀ ਕਿੰਨੇ ਦਿਨਾਂ ਦੇ ਭੁੱਖੇ ਨੇ ਅੱਜ ਉਹ, ਜਦੋਂ ਚਮਕੌਰ ਦੀ ਹਵੇਲੀ ਵਿੱਚ ਆਣ ਕੇ ਵੜੇ ਨੇ। ਜਦੋਂ ਤੋਂ ਅਨੰਦਪੁਰ ਸਾਹਿਬ ਤੋਂ ਚੱਲੇ ਨੇ, ਉਹਨਾਂ ਨੇ ਸੌਂ ਕੇ ਨਹੀਂ ਵੇਖਿਆ। ਜਿਹੜੇ ਨਾਲ ਆਏ ਨੇ 40 ਜਾਣੇ, ਨਾ ਨੀਂਦ ਲਈ ਏ, ਨਾ ਭੋਜਨ ਛਕਣ ਨੂੰ ਮਿਲਿਆ ਏ। ਤੇ ਜੋ ਕੁਝ ਸ਼ਸਤਰ ਬਸਤਰ, ਤੀਰ, ਬੰਦੂਕਾਂ ਜਾਂ ਤਲਵਾਰਾਂ, ਜੋ ਸ਼ਸਤਰ ਸਨ, ਆਪਣਿਆਂ ਮੋਢਿਆਂ 'ਤੇ ਪਾ ਕੇ ਲੈ ਕੇ ਆਏ ਨੇ। ਉਹ ਜੋ ਕੁਝ ਲੈ ਕੇ ਆਏ ਨੇ, ਹੁਣ ਕੋਈ ਨਵੀਂ ਸਪਲਾਈ ਤੇ ਨਹੀਂ ਨਾ ਆਉਣੀ ਉੱਥੇ। ਇਹਨੇ ਦਿਨਾਂ ਦੇ ਥਕੇ ਹੋਏ, ਇਹਨੇ ਦਿਨਾਂ ਦੇ ਭੁੱਖ ਦੇ ਸਤਾਏ ਹੋਏ ਗੁਰੂ ਕੇ ਲਾਲ, ਗੁਰੂ ਕੇ ਸਿੰਘ ਜਦੋਂ ਚਮਕੌਰ ਦੀ ਹਵੇਲੀ ਵਿੱਚ ਆਣ ਕੇ ਪ੍ਰਵੇਸ਼ ਹੁੰਦੇ ਨੇ ਤੇ ਸ਼ਾਮਾਂ ਪਈਆਂ। ਇਤਿਹਾਸਕਾਰਾਂ ਨੇ ਪ੍ਰੇਮ ਨਾਲ ਇੱਥੇ ਵਰਣਨ ਕੀਤਾ, ਸਿੱਖ ਜਿਹੜੀ ਕੰਧ ਨਾਲ ਢੋ ਲਾ ਕੇ ਲੱਗਾ, ਉੱਥੇ ਨੀਂਦ ਆ ਗਈ। ਸਿੱਖ ਨੇ ਜਿੱਥੇ ਆਪਣੇ ਸਰੀਰ ਨੂੰ ਬਹਿਣ ਦਾ ਯਤਨ ਕੀਤਾ, ਉੱਥੇ ਥਕੇ ਉਹਨੂੰ ਨੀਂਦ ਆ ਗਈ। ਕੋਈ ਸਿੱਖ ਇੱਧਰ ਨੂੰ ਲੇਟ ਗਿਆ, ਕੋਈ ਸਿੱਖ ਇੱਧਰ ਨੂੰ ਲੇਟ ਗਿਆ, ਨੀਂਦ ਵਿੱਚ ਚਲੇ ਗਏ। ਅੱਜ ਗੁਰੂਆਂ ਦਾ ਗੁਰੂ, ਪੀਰਾਂ ਦਾ ਪੀਰ, ਰਹਿਬਰਾਂ ਦਾ ਰਹਿਬਰ, ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਸ ਰਾਤ ਆਪਣੇ ਸਿੱਖਾਂ ਦਾ ਪਹਿਰਾ ਦਿੰਦਾ। ਕਦੇ ਜੋਗੇ ਦੀ ਉਸ ਵੇਸ਼ਵਾ ਦੇ ਦਰਵਾਜ਼ੇ ਵਿੱਚ ਜਾਣ ਤੋਂ ਰੋਕਣ ਲਈ ਪਹਿਰਾ ਦਿੱਤਾ ਸੀ, ਪਰ ਉਹ ਗੁਪਤ ਰੂਪ ਵਿੱਚ ਆਣ ਕੇ ਪਹਿਰਾ ਦਿੱਤਾ ਸੀ। ਚਮਕੌਰ ਦੀ ਹਵੇਲੀ ਵਿੱਚ ਪ੍ਰਤੱਖ ਰੂਪ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਜ ਦੀ ਇਸ ਰਾਤ ਨੂੰ ਸਾਰੀ ਰਾਤ ਫਿਰ ਜਾਗ ਕੇ ਕੱਢੀਏ। ਤੇ ਇਤਿਹਾਸਕਾਰ ਜ਼ਿਕਰ ਕਰਦੇ ਨੇ ਵੀ ਉੱਥੇ ਸਤਿਗੁਰੂ ਸਿੱਖ ਸੌਂ ਗਏ ਨੇ, ਟਿਕ ਗਏ ਨੇ ਜਿੱਥੇ ਜਿੱਥੇ ਟਿਕੇ। ਹੁਣ ਉੱਥੇ ਠੰਡ ਨੇ ਵੀ ਅਸਰ ਕਰਨਾ ਮਾਨੋ ਛੱਡ ਦਿੱਤਾ। ਉਹਨਾਂ ਦੀ ਉਹ ਥਕੇਵੇਂ ਦੀ ਨੀਂਦ ਠੰਡ ਵੀ ਰੋਕ ਨਾ ਪਾਈ, ਭੁੱਖ ਵੀ ਰੋਕ ਨਾ ਪਾਈ। ਜਿੱਥੇ ਟੇਢੇ ਹੋਏ ਉੱਥੇ ਡਿੱਗ ਗਏ। ਉੱਥੇ ਇਤਿਹਾਸਕਾਰਾਂ ਦੇ ਆਪਣੇ ਆਪਣੇ ਵਲਵਲੇ ਨੇ ਜੀ। ਪਤਾ ਨਹੀਂ ਕਿੰਨਾ ਕੁ ਆਪਾਂ ਇਹਨੂੰ ਸੱਚ ਮੰਨੀਏ, ਪਰ ਕਹਿੰਦੇ ਨੇ ਕਿਸੇ ਦਾ ਦਮਾਲਾ ਖੁੱਲ੍ਹ ਗਿਆ, ਕਿਸੇ ਦੇ ਕੇਸ ਖੁੱਲ੍ਹ ਗਏ। ਤੇ ਅੱਜ ਉਸ ਰਾਤ ਮੇਰੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਚਮਕੌਰ ਦੀ ਹਵੇਲੀ ਦਾ ਪਹਿਰਾ ਦੇ ਰਹੇ ਨੇ ਨਾ, ਉੱਥੇ ਜਿੱਥੇ ਸਿੰਘ ਪਏ ਨੇ, ਆਰਾਮ ਕਰ ਰਹੇ ਨੇ, ਉਹਨਾਂ ਦੀਆਂ ਪਰਿਕਰਮਾ ਕਰਦੇ ਨੇ। ਕਦੇ ਉਹਨਾਂ ਦੇ ਸਿਰਹਾਣੇ ਵੱਲ ਜਾ ਕੇ ਖੜ੍ਹ ਜਾਂਦੇ ਨੇ, ਕਦੇ ਉਹਨਾਂ ਦੇ ਚਰਨਾਂ ਵੱਲ ਛਾ ਕੇ ਖੜ੍ਹ ਜਾਂਦੇ ਨੇ। ਜਿਹੜੇ ਸਿੰਘ ਦੇ ਦਮਾਲੇ ਖੁੱਲ੍ਹੇ ਨੇ, ਸਤਿਗੁਰੂ ਜੀ ਨੇ ਆਪਣੇ ਹੱਥੀਂ ਉਹਨਾਂ ਦੇ ਦਮਾਲੇ ਸਜਾਏ ਨੇ। ਜਿਨ੍ਹਾਂ ਦੇ ਕੇਸ ਖੁੱਲ੍ਹ ਗਏ ਸਨ, ਉਹਨਾਂ ਦੇ ਕੇਸ ਜੂੜਾ ਖੜ ਕੇ ਫੇਰ ਦਮਾਲੇ ਸਜਾਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸਿੰਘਾਂ ਦੇ ਚਰਨ ਪਲੋਸਦੇ ਨੇ ਜਿਹੜੇ ਇੰਨੇ ਸਫ਼ਰ ਵਿੱਚ ਨਾਲ ਤੁਰ ਕੇ ਆਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਨਾ ਪਿਆਰ, ਇੰਨਾ ਲਾਡ ਜਤਾਇਆ ਅੱਜ ਦੇ ਇਸ ਰਾਤ ਆਪਣੇ ਖਾਲਸੇ ਨੂੰ। ਅਗਲਾ ਦਿਨ ਚੜ੍ਹਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹਵੇਲੀ ਦੀ ਛੱਤ 'ਤੇ ਟਹਿਲਦੇ ਨੇ। ਭਾਈ ਦਇਆ ਸਿੰਘ ਨੇ ਮੁਖਾਤਬ ਹੋ ਕੇ ਕਿਹਾ, ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਕੁਝ ਵਿਸ਼ੇਸ਼ ਹੈ? ਹਕੀਕਤ ਹੈ। ਕਿਸੇ ਗੰਮੀ ਆਨੰਦ ਵਿੱਚ ਜਾ ਕਰਕੇ ਕਲਗੀਧਰ ਪਿਤਾ ਜੀ ਕਹਿਣ ਲੱਗੇ, ਦਇਆ ਸਿੰਘਾ ਵਿਸ਼ੇਸ਼ ਹੈ। ਅੱਜ ਦੇ ਦਿਨ ਦਾ ਚੜ੍ਹਾਅ
ਸਾਡੇ ਇਸ ਖਾਲਸਾ ਫੌਜ ਵਾਸਤੇ ਬੜਾ ਵਿਸ਼ੇਸ਼ ਆਉਣਾ ਹੈ। ਪਾਉਂਟੇ ਸਾਹਿਬ ਦੀ ਸਿੱਖੀ ਦੀ ਪੰਘੂੜੇ ਦੇ ਹੂਟੇ ਮੈਂ ਪਾਉਂਟੇ ਸਾਹਿਬ ਦੀ ਧਰਤੀ ਤੇ ਲਏ ਨੇ। ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ। ਦਇਆ ਸਿੰਘਾ, ਅੱਜ ਇਸ ਚਮਕੌਰ ਦੀ ਹਵੇਲੀ ਵਿੱਚ ਗੁਰੂ ਕੇ ਖਾਲਸੇ ਦੇ ਯੂਨੀਵਰਸਿਟੀ ਵਾਲੇ ਇਮਤਿਹਾਨ ਹੋਣੇ ਨੇ। ਜਿਹੜੇ ਬਚਨ ਕਦੇ 1.25 ਲੱਖ ਸੇ ਇੱਕ ਲੜਾਊਂ ਕਹਿ ਕੇ ਆਇਆ ਵਾਂ, ਅੱਜ ਉਹ ਪੂਰੇ ਕਰਨ ਦਾ ਸਮਾਂ ਆ ਗਿਆ। ਮੈਂ ਉੱਥੇ ਉਹ ਬਚਨ ਪੂਰੇ ਹੁੰਦੇ ਵੇਖਣੇ ਨੇ। ਇਸ ਚਮਕੌਰ ਦੀ ਹਵੇਲੀ ਦੀ ਯੂਨੀਵਰਸਿਟੀ ਵਿੱਚ ਮੇਰੇ ਖਾਲਸੇ ਨੇ, ਮੇਰੇ ਸਿੱਖਾਂ ਨੇ ਉਸ ਇਮਤਿਹਾਨ ਵਿੱਚੋਂ ਪਾਸ ਹੋ ਕੇ ਲੰਘਣਾ ਆ। ਮੈਂ ਇਸ ਧਰਤੀ ਨੂੰ ਤਾਂ ਨਾਪ ਰਿਹਾ ਹਾਂ, ਤਾਂ ਮਿਣ ਤੋਲ ਰਿਹਾ ਹਾਂ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਬੜਾ ਲੰਮਾ ਚੌੜਾ ਇਤਿਹਾਸ ਜੰਗ ਦਾ ਪ੍ਰਸੰਗ ਹੈ, ਕਈ ਦਿਨਾਂ 'ਚ ਨਹੀਂ ਮੁੱਕ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਹਜ਼ੂਰ ਜੰਗ ਆਰੰਭ ਹੁੰਦਾ। ਵੇਖੋ ਹੁਣ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ, ਜਫਰਨਾਮੇ ਦੀ ਲਿਖਤ ਅਨੁਸਾਰ 10 ਲੱਖ ਫੌਜ ਤਾਜ਼ਾ ਦਮ ਆਈ ਏ। ਇਹ ਖਬਰ ਗੁਰੂ ਸਾਹਿਬ ਜੀ ਨੂੰ ਪਹਿਲੋਂ ਜਦੋਂ ਕੋਟਲਾ ਨਿਹੰਗ ਖਾਂ ਤੋਂ ਲੰਘ ਕੇ ਆਏ ਨੇ, ਉੱਥੇ ਵੀ ਕਿਸੇ ਨੇ ਦਿੱਤੀ, ਸੂ ਦਿੱਤੀ ਏ। ਉੱਥੋਂ ਫਿਰ ਤਾਂ ਹੀ ਛੇਤੀ ਨਾਲ ਕਾਹਲੀ ਕਰਕੇ ਉਸ ਦਿਨ ਦੇ ਵਿੱਚ ਆ ਕਰਕੇ ਇੱਥੇ ਚਮਕੌਰ ਦੀ ਹਵੇਲੀ ਵਿੱਚ ਪ੍ਰਵੇਸ਼ ਹੋਏ ਨੇ। ਅਤੇ ਮਹਾਂਪੁਰਸ਼ਾਂ ਨੇ ਇੱਥੇ ਜੋ ਬੋਲ ਬੋਲੇ ਨੇ, ਉਹ ਕਹਿੰਦੇ ਜਿਹੜੀਆਂ ਫੌਜਾਂ ਅਨੰਦਪੁਰ ਸਾਹਿਬ ਨੂੰ ਕਿਲ੍ਹੇ ਨੂੰ ਘੇਰਾ ਪਾ ਕੇ ਬੈਠੀਆਂ ਸਨ, ਉਹਦੇ ਵਿੱਚ 22 ਧਾਰ ਦੀਆਂ ਫੌਜਾਂ ਵੀ ਨੇ, ਸਰਹੰਦ ਦੀਆਂ ਫੌਜਾਂ ਵੀ ਨੇ, ਲਾਹੌਰ ਦੀਆਂ ਫੌਜਾਂ ਵੀ ਨੇ, ਦਿੱਲੀ ਦੀਆਂ ਫੌਜਾਂ ਵੀ ਨੇ। ਉਹ ਸਾਰੀਆਂ ਇਕੱਠਾਂ ਕਰਕੇ ਕਹਿੰਦੇ 9 ਲੱਖ ਦੇ ਕਰੀਬ ਉਹ ਫੌਜ ਸੀ। ਅਤੇ 10 ਲੱਖ ਜੇ ਤਾਜ਼ਾ ਦਮ ਆਉਂਦੀ ਹੈ ਤਾਂ ਫਿਰ 19 ਲੱਖ ਫੌਜ ਬਣਦੀ ਹੈ, ਅਤੇ ਅੰਦਰ 40 ਨੇ। ਹੁਣ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ 2 ਲੱਖ ਦਾ ਇਕੱਠ ਸ਼ਾਇਦ ਵੇਖਿਆ ਹੋਏ, ਨਹੀਂ ਵੇਖਿਆ ਹੋ ਸਕਦਾ, ਕਿਉਂਕਿ 2 ਲੱਖ ਜਾਂ ਲੱਖ ਬੰਦਾ ਇਕੱਠਾ ਜਿੱਥੇ ਹੋ ਜਾਂਦਾ, ਪਤਾ ਲੱਗਦਾ ਵੀ ਇੱਥੇ ਦੁਨੀਆ ਇਕੱਠੀ ਹੋਈ ਹੈ। ਹੁਣ ਚਮਕੌਰ ਸਾਹਿਬ ਜੀ ਦੇ ਪਾਵਨ ਉੱਥੇ ਸ਼ਹੀਦੀ ਸਥਾਨ 'ਤੇ ਜਾ ਕਰਕੇ ਉੱਥੋਂ ਬਾਹਰ ਨੂੰ ਕਿਤੇ ਨਿਗਾਹ ਮਾਰ ਕੇ ਵੇਖੀਏ, ਆਪਣੇ ਆਪ ਨੂੰ ਫੀਲ ਕਰਕੇ ਵੇਖੀਏ ਵੀ ਇਸ ਕੱਚੀ ਹਵੇਲੀ ਦੇ ਇਸ ਮੁਕਾਮ, ਇਸ ਗੜੀ ਦੇ ਦੁਆਲੇ, ਚਲੋ 10 ਲੱਖ ਹੀ ਮੰਨ ਲਈਏ ਵੀ 10 ਲੱਖ ਮੁਲਖਈਆ ਇਹਦੇ ਦੁਆਲੇ ਘੁੰਮ ਰਿਹਾ ਸੀ ਉਸ ਵੇਲੇ। ਕਿਹੋ ਜਿਹਾ ਲੱਗਦਾ ਹੋਵੇਗਾ? ਉਹਨੂੰ ਟਿੱਡੀ ਦਲ ਕਹਿ ਦੇਣਾ ਕੋਈ ਵੱਡੀ ਗੱਲ ਨਹੀਂ। ਇੰਨਾ ਵੱਡਾ ਘੇਰਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਚਮਕੌਰ ਸਾਹਿਬ ਜੀ ਦੀ ਹਵੇਲੀ ਦੀ ਛੱਤ ਤੇ ਖਲੋ ਕੇ ਕੁਝ ਬੋਲਦੇ ਨੇ। ਦੇਹ ਸ਼ਿਵਾ ਬਰ ਮੋਹੇ ਇਹ ਹੈ, ਸੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕਹੋ, ਇਹ ਲਾਲਚ ਹੋਂ ਗੁਣ ਤਉ ਚੁਰਾਉ, ਜਬ ਆਪ ਕੀ ਅਹੁਦ ਨਿਧਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਾਰੋ। ਮੈਂ ਇੱਥੇ ਇੱਕ ਥੋੜ੍ਹਾ ਜਿਹਾ ਖੁਲਾਸਾ ਹੋਰ ਕਰਨਾ ਚਾਹੁੰਦਾ, ਕਿਉਂਕਿ ਕਈ ਵਾਰੀ ਇਤਿਹਾਸ ਨੂੰ ਥੋੜ੍ਹਾ ਜਿਹਾ ਕੰਪੇਅਰ ਕਰਕੇ ਵੇਖਣ ਦੀ ਲੋੜ ਹੁੰਦੀ ਹੈ, ਸਾਨੂੰ ਹੋਰ ਇਹਦੀ ਵਿਲੱਖਣਤਾ ਪਤਾ ਲੱਗ ਜਾਏ। ਪਹਿਲੋਂ ਬੇਨਤੀ ਕਰ ਲਵਾਂ ਵੀ ਮੇਰਾ ਕਿਸੇ ਵੀ ਦੂਸਰੇ ਧਰਮ ਨੂੰ ਨੀਵਾਂ ਬਣਾ ਕੇ ਦਿਖਾਉਣ ਦੀ ਆਸ਼ਾ ਨਹੀਂ ਆ, ਇੱਛਾ ਨਹੀਂ ਆ, ਪਰ ਜੋ ਉਹਨਾਂ ਦੇ ਧਰਮ ਦੀਆਂ ਤਵਾਰੀਖਾਂ ਵਿੱਚ ਲਿਖਿਆ ਹੋਇਆ ਹੈ, ਸਾਡੇ ਵਿਦਵਾਨਾਂ ਨੇ, ਢਾਡੀਆਂ ਜਨਾਂ ਨੇ, ਵਿਦਵਾਨ ਪੁਰਸ਼ਾਂ ਨੇ ਜੋ ਬੋਲਿਆ ਸਟੇਜਾਂ 'ਤੇ, ਕੈਸਟਾਂ ਵਿੱਚ, ਮੈਂ ਉਹਦੇ ਤੋਂ ਇੱਕ ਹਵਾਲਾ ਥੋੜ੍ਹਾ ਜਿਹਾ ਦੇਣਾ ਚਾਹੁੰਦਾ। ਕਹਿੰਦੇ ਨੇ ਵੀ ਇਸਲਾਮ ਦਾ ਯਹੂਦੀਆਂ ਨਾਲ ਇੱਕ ਜੰਗ ਹੁੰਦਾ ਹੈ ਓਹਦ ਦੇ ਮੈਦਾਨ ਵਿੱਚ, ਨੁਸ਼ਹਿਰੇ ਦੇ ਓਹਦ ਦੇ ਮੈਦਾਨ ਵਿੱਚ, ਯਹੂਦੀਆਂ ਦਾ ਤੇ ਇਸਲਾਮ ਦਾ। ਉਸ ਵੇਲੇ ਇਸਲਾਮ ਦੇ ਪੈਰੋਕਾਰ ਸਨ ਪੀਰ ਮੁਹੰਮਦ ਸਾਹਿਬ, ਭਾਵ ਕਿ ਮੁਹੰਮਦ ਸਾਹਿਬ ਦੀ ਅਗਵਾਈ ਵਿੱਚ ਯਹੂਦੀਆਂ ਦੀ ਆਰੀ ਫੌਜ ਦਾ ਮੁਕਾਬਲਾ ਕਰਨ ਵਾਸਤੇ ਇਸ ਓਹਦ ਤੇ ਨੁਸ਼ਹਿਰੇ ਦੇ ਮੈਦਾਨ ਅੰਦਰ ਫੌਜਾਂ ਉਤਰਦੀਆਂ ਨੇ। ਇਹ ਇਸਲਾਮੀ ਤਵਾਰੀਖ ਦੀਆਂ ਬਾਤਾਂ ਨੇ ਜੀ। ਉੱਥੇ ਜ਼ਿਕਰ ਆਉਂਦਾ ਵੀ ਇਸਲਾਮੀ ਸ਼ਰ੍ਹਾ ਦੇ ਮਾਲਕ ਉਸ ਵੇਲੇ ਦੇ ਆਪਣੇ ਆਪ ਨੂੰ ਅਖਾਉਣ ਵਾਲੇ ਮੁਹੰਮਦ ਸਾਹਿਬ ਆਪਣੀਆਂ 2.5 ਲੱਖ ਫੌਜਾਂ ਲੈ ਕੇ, ਵਾਹਿਗੁਰੂ 2.5,000 ਫੌਜਾਂ ਲੈ ਕੇ ਉੱਥੇ ਮੈਦਾਨ ਵਿੱਚ ਆਏ, ਅਤੇ ਉਹਨਾਂ ਦੇ ਉੱਤੇ ਹਮਲਾ ਬੋਲਣ ਵਾਲੇ ਆ ਰਹੇ ਨੇ ਹਮਲਾਵਰ ਹੋ ਕੇ ਯਹੂਦੀਏ। ਅਤੇ ਜਦੋਂ CID ਵਾਲੇ ਨੇ, ਸੂਈਏ ਨੇ ਆਣ ਕੇ ਖਬਰ ਪੀਰ ਮੁਹੰਮਦ ਸਾਹਿਬ ਨੂੰ ਦਿੱਤੀ ਏ, ਕਹਿਣ ਲੱਗੇ ਤੁਸੀਂ ਜਾਣਦੇ ਹੋ ਕਿ ਤੁਹਾਡੇ 'ਤੇ ਹਮਲਾ ਕਰਨ ਵਾਲੀ ਫੌਜ ਦੀ ਗਿਣਤੀ ਕਿੰਨੀ ਹੈ? ਅਤੇ ਸੱਚ ਜਾਣੇ ਉਹਨਾਂ ਦੀ ਤਵਾਰੀਖ ਬੋਲ ਕੇ ਕਹਿੰਦੀ ਹੈ ਕਿ ਉਹ ਸੂਈਆ ਆਣ ਕੇ ਦੱਸਦਾ ਵੀ ਤੁਹਾਡੇ 'ਤੇ ਹਮਲਾ ਬੋਲ ਕੇ ਹਮਲਾ ਕਰਨ ਵਾਲੀ ਆਉਣ ਵਾਲੀ ਫੌਜ ਦੀ ਗਿਣਤੀ 5,000 ਆ, ਵੀ ਤੁਹਾਡੀ ਫੌਜ 2,500 ਆ, ਅਤੇ ਜਿਹੜਾ ਤੁਹਾਡੇ 'ਤੇ ਹਮਲਾ ਬੋਲਣ ਵਾਲਾ ਦੁਸ਼ਮਣ ਹੈ ਉਹਦੀ ਫੌਜ 5,000 ਆ, ਤੁਹਾਡੇ ਤੋਂ ਡਬਲ ਆ। ਤੁਹਾਨੂੰ ਇਸ ਗੱਲ ਦਾ ਪਤਾ? ਅਤੇ ਜ਼ਿਕਰ ਆਉਂਦਾ ਵੀ ਮੁਹੰਮਦ ਸਾਹਿਬ ਨੇ, ਕਹਿੰਦੇ ਮੈਂ ਪਹਿਲੋਂ ਬੇਨਤੀ ਕੀਤੀ ਉਹ ਕਿਰਪਾ ਕਰਿਓ ਕਿਤੇ ਮੇਰੇ ਕੋਲੋਂ ਕੋਈ ਉਹੋ ਜਿਹਾ ਅੱਖਰ ਨਾ ਵਰਤ ਜਾਏ ਵੀ ਮੈਂ ਜਿਹੜਾ ਇਸ ਮੁਹੰਮਦ ਸਾਹਿਬ ਜੀ ਦੀ ਕਿਤੇ ਇੱਜ਼ਤ ਨੂੰ ਨੀਵਾਂ ਦਿਖਾਵਾਂ, ਨਾ, ਐਸਾ ਨਹੀਂ ਹੈ ਸੋਚ, ਕਿਉਂਕਿ ਮੁਹੰਮਦ ਸਾਹਿਬ ਇਸਲਾਮ ਦੇ ਪੀਰ ਨੇ, ਉਹਨਾਂ ਦੇ ਰਹਿਬਰ ਨੇ। ਮੈਂ ਉਹਨਾਂ ਨੂੰ ਮਾੜਾ ਜਾਂ ਉਹਨਾਂ ਨੂੰ ਕੋਈ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ, ਪਰ ਉਹਨਾਂ ਦੀਆਂ ਤਵਾਰੀਖਾਂ ਵਿੱਚ ਇਹ ਬੋਲ ਲਿਖੇ ਹੋਏ ਨੇ ਕਿ ਮੁਹੰਮਦ ਸਾਹਿਬ ਦਾ ਮਨ ਨੂੰ ਇੱਕ ਵੇਲੇ ਹੌਸਲਾ ਟੁੱਟ ਗਿਆ। ਉਸ ਓਹਦ ਦੇ ਮੈਦਾਨ ਅੰਦਰ
उस नशहरे दे उस जंग के मैदान अंदर अपने पैरों तो चरणों तो जोड़ा ला के रोड़ी उत्ते खड़ के अपने गल में पल्ला पा के अपने खुदा के चरणों च एक अरदास करते हैं मुहम्मद साहब। तो उस अरदास के अखर जो उन्होंने तवारीख विचों साडे विद्वानां ने बोले वो ये ने, कहन लगे हे खुदावंद करीम, हे मेरे अल्लाह ताला, मैं अज खुदा तेरे वालों रचे हुए इस्लाम धर्म की राखी करने वास्ते अपनी फौज लैके इस मैदान अंदर उतरिया हाँ, तो इस धर्म नूं मुकाउण वास्ते मेरी फौज तो डबल फौज मेरे उत्ते जिहड़ी आ चढ़ाई करके आ रही आ, मेरी राखी करी, मेरी सहायता करी, इस मैदाने जंग अंदर मेरी जित होवे। जे मैं इस मैदाने जंग अंदर अज इस जंग विच 2500 के मुकाबले ते 5000 विचों जे मैं हार गया, तो हे खुदावंद करीम याद रखी, इस दुनिया की धरती ते तेरा खुदा नाम लैके याद करने वाला कोई नहीं रहना। भाव कि उस पीर वाहिगुरू मुहम्मद साहब की अरदास है भी हे खुदा, जे अज इस जंग विच मेरी हार हो गई ना, तो खुदा खुदा कह के अल्लाह अल्लाह कह के तेनू ना लैके याद करने वाला दुनिया ते नहीं रहना, मेरा धर्म मुक जाना है। तो अज चमकौर की हवेली में 40 का मुकाबला 10 लाख नाल है। तो कलगीधर पिता जी कह रहे हैं देह शिवा बर मोहे है शुभ करमन ते कबहू ना टरों। उत्थे जित दी ते हार दी मतलब नहीं आ, उत्थे मतलब है अपना अकीदा प्रगट रखना है, अपना निशाना जारी रखना है। क्योंकि अगे जा करके जफरनामे में नुरंगे नूं सतगुरु सच्चे पातशाह जी ये हलूणा भी देंगे, कहते नुरंगिया तू की मनदा है भी तू जित गया? नहीं, पहली गल तो यह भी तू मैनू मारन वास्ते या मैनू जितन वास्ते आया सी, मैं अजे भी जिउंदा हाँ, इस करके भी तेरी हार आ। तो जिहड़ी हार हुंदी आ, हार का मतलब हुंदा दुश्मन का मन तोड़ दिता जाए, उहदा हौसला तोड़ दिता जाए। सच जानी नरंगिया, ना तो तू मैनू 10 लाख फौज नाल हरा सकिया, ते ना ही 10 लाख फौज नाल तू मेरा हौसला तोड़ सकिया। मेरा हौसला भी अजे जिउंदा है, तो मैं आप भी अजे जिउंदा हाँ। तू 10 लाख फौज भेज के भी वेख लीए तो मैनू तू हरा नहीं पाया। हाँ फिर की होया जे मेरे साहबजादे तू शहीद कर दिते, भावें जंग में शहीद होए, उस तो बाद खबर मिल जानी है सरहंद वाली, भावें सरहंद च नीहां च चिणके शहीद कर दिते। की तैनू लगदा है भी तू 4 साहबजादे मेरे शहीद करके ते मेरी इस खालसे नू मुका देगा? नहीं नहीं नहीं, तैनू भुलेखा है। तू मेरे 4 पुत्र शहीद किए ने, अजे कुंडलीए छप के रूप दे विच मेरा खालसा पुत्र जिउंदा है। इस कुंडलीए छप के रूप में जिहड़ा मेरा खालसा पुत्र जिउंदा है ना, वो सदा तेरे कोलों अपने धर्म की जित के निशान, अपने धर्म के जित के झंडे चलाएगा। उत्थे जिक्र आउंदा है, मैं अगे जाण दा यतन करना, मैं बेनती की भी इत्थे बहुता खुलासा आपां जंग दा नहीं कर सकते। किवें जंग होया, पहलों जिन्ने कि शस्त्र तीर सन, गोलियां सन अंदरों चलियां, फिर वो तो मुक्की जानियां सन ना। पहलों बेनती की भी अपने मोढियां ते पा के आए ने, किन्ना कि चिर लड़दे। उस हालात विच 5-5 का 8-8 का जत्था पहलों निकल के बाहर लड़न लगा, मुकाबला करते हैं। हद हो गई, दुश्मन भी हैरान है। मानो जिस तरह ना एक कलगीधर पिता धन गुरु गोबिंद सिंह साहब जी आनंदपुर साहब की धरती ते 1 लाख फौज के जरनैल सैयद खान की नाल जंग हुंदा है। खालसा जी उत्थे जो सैयद खान की भैन नसीरा बेगम सतगुरु साहब के चरनां च अरदास करदी, क्योंकि भैन नूं मिल के आया सी, पीर बुद्धू साहब की, पीर बुद्धू शाह की पत्नी है बीबी नशीरा, तो वह भरा आ सैयद खान। जदों तुरिया पुछया भैन ने, वीरा किधर चलिया? कहंदा मुहिम ते चलिया। भैन अरदास कर, तू खुदा दी प्यारी है, मैं जित के आवां। वीरिया ये दस कित्थे चलिया? कहंदा आनंदपुर, आनंदपुर वाले गुरु नूं जितन चलिया। भैन ने राह रोक लिया, वीरा ना उत्थे ना जाई, उत्थे ना जाई, वो मनुख नहीं हो जिन्हों तू जितन चलिया, वो तो जाहर प्रगट खुदा आ, दुनिया ते धरती ते आया, तू नहीं जित सकदा उन्होंने, तू हार रहना। हुण भैन आ ना, भैन का तो तरला अंदरों आंदरां तपदियां ही ना भरा वास्ते। वो हुण हंकारिया होया नहीं रुकिया, तुर पिया। भैन ने 1 लत्त ते खलो के अरदासां शुरू कर दित्तियां। कलगीधर पिता आनंदगढ़ के किले विचों जाना चाहुंदे ने जंग विच। इतिहासकार जिक्र करते हैं ढाडी जान भी महाराज ने अपना खब्बा चरण घोड़े की रकाब ते रखिया, सज्जा चरण चुक के पलाकी मार के उत्ते बहना चाहुंदे ने। 1 बार चरण चुकते हैं फिर मुड़ गया, 2 बार चरण चुकिया फिर मुड़ गया, तीजी बार चरण चुकिया फिर मुड़ के सतगुरु जी ने चरण ते जिहड़ा सज्जा चरण सी धरती ते रख लिया। किसी गुरसिख ने आवाज़ मार के बेनती करके हथ जोड़ के कहा, महाराज इहो जिहा अगे नहीं कदे देखिया भी मैदाने जंग नूं चले होवो तो घोड़े ते चढ़न लग्या फिर उतर के खड़ जाओ। सतगुरु सच्चे पातशाह जी मुस्कुरा के कहन लगे, की करां, जान नूं ते चित करदा है, मुकाबला करांगा, दुश्मन की सैना नूं मारांगा,
ਪਰ ਕੀ ਕਰਾਂ, ਘੋੜੇ ਤੇ ਚੜ੍ਹਨ ਲੱਗਦਾ ਵਾਂ ਤੇ ਇੱਕ ਪ੍ਰੇਮੀ ਜਨ ਆਪਣੇ ਧਿਆਨ ਦੀ ਬ੍ਰਿਤੀ ਨਾਲ ਸਾਡੇ ਚਰਨ ਘੁੱਟ ਕੇ ਫੜ ਲੈਂਦਾ, ਚੜ੍ਹ ਨਹੀਂ ਦਿੰਦਾ। ਭੈਣ ਦੀ ਅਰਦਾਸ ਹੋ ਰਹੀ ਹੈ, ਦਾਤਾ ਮੇਰੇ ਵੀਰ ਨੂੰ ਮਾਰੀ। ਮੈਂ ਨਹੀਂ ਕਹਿੰਦਾ ਤੇਰਾ ਦੁਸ਼ਮਣ ਬਣ ਕੇ ਆਇਆ, ਮਾਰਨਾ ਚਾਹੀਦਾ, ਪਰ ਕਿਰਪਾ ਕਰ ਉਹਨੂੰ ਆਪਣੇ ਪੱਥੇ ਦੇ ਲੋਹੇ ਦੇ ਤੀਰਾਂ ਨਾਲ, ਸੋਨੇ ਦੇ ਤੀਰਾਂ ਨਾਲ ਨਾ ਮਾਰੀ। ਉਹਨੂੰ ਕਿਰਪਾ ਕਰਕੇ ਆਪਣੀ ਅੱਖਾਂ ਦੇ ਤੀਰਾਂ ਨਾਲ ਮਾਰ ਕੇ ਉਹਦੇ ਅੰਦਰ ਦਾ ਹੰਕਾਰ ਮਾਰ ਦੇ, ਉਹਨੂੰ ਮਨੁੱਖ ਬਣਾ ਦੇ। ਤੇ ਕਲਗੀਧਰ ਪਿਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਆਨੰਦਗੜ੍ਹ ਦੇ ਕਿਲੇ ਤੋਂ ਉਤਰਦੇ ਨੇ ਤੇ ਉੱਥੇ ਇਤਿਹਾਸਕਾਰ ਕਹਿੰਦੇ ਨੇ ਜਦੋਂ ਉਸ ਸੈਦ ਖਾਂ ਨੇ ਦੂਰ ਖੜੇ ਗੁਰੂ ਸੱਚੇ ਪਾਤਸ਼ਾਹ ਨੂੰ ਨੀਲੇ ਤੇ ਸਵਾਰ ਹੋ ਕੇ ਧਰਤੀ ਵੱਲ ਨੂੰ, ਥੱਲੇ ਵੱਲ ਨੂੰ ਆਉਂਦੇ ਉਤਰਿਆ ਵੇਖਿਆ, ਉਹਦੇ ਮੂੰਹ ਦੀ ਮੂੰਹ, ਜ਼ਬਾਨ ਦੀ ਜ਼ਬਾਨ 'ਚ ਕਹਿੰਦਾ, ਵਾਹ ਆਇਆ ਗੁਰੂ ਗੋਬਿੰਦ ਸਿੰਘ। ਵਾਕਿਆ ਹੀ ਕਹਿੰਦੇ ਤੇ ਧਰਤੀ ਤੇ ਖੁਦਾ ਤੁਰਿਆ ਫਿਰਦਾ, ਆਪਣੇ ਆਪ ਦੇ ਕਿਸੇ ਐਸੇ ਆਨੰਦ ਵਿੱਚ ਜਿਤਨਾ ਲੀਨ ਹੋ ਗਿਆ, ਉਹਨੂੰ ਦੁਨੀਆ ਭੁੱਲ ਗਈ ਆਪਣੀ। ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਘੋੜਾ ਟਿਪ ਟਿਪ ਕਰਦਾ ਹੋਇਆ ਸੈਦ ਖਾਂ ਦੇ ਕਲੋਜ ਆ ਗਿਆ। ਉਸ ਵੇਲੇ ਸੈਦ ਖਾਂ ਨੂੰ ਫਿਰ ਚੇਤਾ ਆਇਆ, ਨਹੀਂ ਉਹ ਸੈਦ ਖਾਂ ਜੰਗ ਲੜਿਆ ਨਹੀਂ ਹੋ, ਲੜਾਈ ਕੀਤੀ ਨਹੀਂ ਹੋ, ਐਵੇਂ ਹੀ ਬਿਨਾਂ ਕਾਰਨ ਦੁਸ਼ਮਣ ਦੀ ਹਾਰ ਮੰਨ ਕੇ ਬਹਿ ਗਏ, ਦੁਸ਼ਮਣ ਦੇ ਅੱਗੇ ਈਨ ਮੰਨ ਕੇ ਬਹਿ ਗਏ। ਨਹੀਂ, ਇਸ ਤਰ੍ਹਾਂ ਨਾ ਕਰ, ਯੁੱਧ ਕਰ, ਤੂੰ 1.25 ਲੱਖ ਫੌਜ ਦਾ ਜਰਨੈਲ ਹੈ। ਆਪਣੇ ਪੱਥੇ ਵਿੱਚੋਂ ਇਸ ਤਰ੍ਹਾਂ ਹੱਥ ਕਰਕੇ ਤੀਰ ਕੱਢਣ ਲੱਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਸੈਦ ਖਾਂ ਦੀਆਂ ਅੱਖਾਂ ਚੱਖਾਂ ਪਾ ਕੇ ਆਵਾਜ਼ ਮਾਰ ਕੇ ਕਹਿਣ ਲੱਗੇ, ਸੈਦ ਖਾਂ ਜੇ ਪੱਥੇ 'ਚੋਂ ਤੀਰ ਕੱਢ ਕੇ ਚਲਾਉਣਾ ਸੀ ਨਾ, ਤੇ ਤੀਰ ਦੀ ਮਾਰ ਥੱਲੇ ਮੈਂ ਉਦੋਂ ਸੀ ਜਦੋਂ ਉਹ ਕਿਲੇ ਦੇ ਦਰਵਾਜ਼ੇ 'ਚੋਂ ਨਿਕਲਿਆ ਸੀ। ਜਿੱਥੇ ਹੁਣ ਮੈਂ ਖੜਾ ਨਾ ਤੇਰੇ ਲਾਗੇ ਆਣ ਕੇ, ਇੱਥੇ ਤੀਰ ਦੀ ਮਾਰ ਨਹੀਂ ਮਾਰ ਵੱਜਣੀ। ਮੇਰੇ ਨਾਲ ਜੰਗ ਕਰਨਾ ਤੇ ਤਲਵਾਰ ਫੜ। ਸੱਚ ਜਾਣਿਓ, ਜਦੋਂ ਦੁਸ਼ਮਣ ਦੇ ਸਾਹਮਣੇ ਖਲੋਤੇ, ਵੈਰੀ ਦੇ ਸਾਹਮਣੇ ਜਿਹਨੂੰ ਮਾਰਨਾ ਹੋਵੇ ਅੱਗਿਓਂ ਹੱਸ ਕੇ ਗੱਲ ਕਰੇ, ਅੱਧਾ ਦੁਸ਼ਮਣ ਤੇ ਉਦੋਂ ਮਰ ਜਾਂਦਾ ਹੈ। ਤੇ ਦੂਸਰੇ ਪਾਸੇ ਆਪਾਂ ਅੱਗੇ ਵੀ ਜ਼ਿਕਰ ਕੀਤਾ ਵੀ ਜਦੋਂ ਗੁਰੂ ਸਾਹਿਬ ਜੀ ਦੀਆਂ ਅੱਖਾਂ ਵਿੱਚ ਅੱਖਾਂ ਪੈ ਗਈਆਂ, ਨੇਤਰਾਂ ਦਾ ਆਈ ਕੰਟੈਕਟ ਹੋ ਗਿਆ ਕਿਸੇ ਨਾਲ, ਤੇ ਸੱਚ ਜਾਣਿਓ ਫਿਰ ਸੁੱਧ ਕੀ ਨਾ ਸੁੱਧ ਰਹੀ ਤੇ ਬੁੱਧ ਕੀ ਨਾ ਬੁੱਧ ਰਹੀ। ਉੱਥੇ ਤੇ ਉਹ ਕਹਾਣੀ ਵਰਤਣੀ ਹੈ। ਸੈਦ ਖਾਂ ਕਗਿਆ ਕੇ ਗੁਰੂ ਸੱਚੇ ਪਾਤਸ਼ਾਹ ਦੇ ਰਕਾਬਾਂ ਚਰਨ ਫੜ ਕੇ ਉੱਥੇ ਮੱਥਾ ਰੱਖ ਲੈਂਦਾ। ਸੱਚ ਜਾਣਿਓ ਉਨੀ ਦੇਰ ਨਹੀਂ ਉੱਠਦਾ ਜਿੰਨੀ ਦੇਰ ਸਤਿਗੁਰੂ ਜੀ ਮੋਢਿਓਂ ਫੜ ਕੇ ਨਹੀਂ ਉਠਾਉਂਦੇ। ਇਹੋ ਜਿਹੇ ਹਾਲਾਤ ਵਰਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਇੱਕ ਛਿਨ ਵਿੱਚ ਇਹੋ ਜਿਹਾ ਕੌਤਕ ਵਰਤਾ ਸਕਦੇ ਸਨ। ਅੱਜ ਚਮਕੌਰ ਦੀ ਹਵੇਲੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਹੁਣ ਤੀਰਾਂ ਦੀ ਮਾਰ ਤੇ ਦੂਰੋਂ ਚੱਲਣੀ ਹੈ। ਹੁਣ ਤਲਵਾਰਾਂ ਲੈ ਕੇ, ਕਟਾਰਾਂ ਲੈ ਕੇ 8 ਜਾਣਿਆਂ ਦਾ ਜੱਥਾ 10 ਲੱਖ ਦੀ ਫੌਜ ਵਿੱਚ ਜਾ ਕੇ ਵੜਦਾ ਹੈ। ਹੁਣ ਪਹਿਲੀ ਗੱਲ ਤੇ ਦੁਸ਼ਮਣ ਦੇ ਪੈਰਾਂ ਥੱਲਿਓਂ ਜ਼ਮੀਨ ਉਦੋਂ ਹੀ ਨਿਕਲਦੀ ਵੀ ਹੈ, ਕਮਾਲ ਹੋ ਗਈ ਵੀ 8 ਬੰਦਿਆਂ ਦਾ ਜੱਥਾ 10 ਲੱਖ ਨਾਲ ਲੜਨ ਵਾਸਤੇ ਆ ਗਿਆ। ਹੈਰਾਨ ਨਹੀਂ ਹੁੰਦਾ ਅਗਲਾ? ਹੈਰਾਨੀ ਦੇ ਵਿੱਚ ਹੀ ਆਪਣੇ ਆਪ ਨੂੰ ਆਪਾ ਗਵਾ ਬੈਂਦਾ। ਗੁਰੂ ਕੇ ਲਾਲ ਕੇਰੀ ਸ਼ੇਰ ਵਾਂਗ ਉਸ ਮੈਦਾਨੇ ਜੰਗ ਅੰਦਰ ਜੂਝਦੇ ਨੇ, ਦੁਸ਼ਮਣ ਦੇ ਆਹੂ ਲਾ ਕੇ ਸ਼ਹੀਦ ਹੁੰਦੇ ਨੇ। ਇਸ ਤਰ੍ਹਾਂ 8 ਦਾ ਜੱਥਾ ਗਿਆ। ਸਾਹਿਬਜ਼ਾਦੇ ਦੀ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਅਗਵਾਈ ਵਿੱਚ 5 ਦਾ ਜੱਥਾ ਗਿਆ। ਜੰਗ ਹੋਇਆ ਤੇ ਗੁਰੂ ਸਾਹਿਬਾਂ ਦੇ ਬਚਨਾਂ ਅਨੁਸਾਰ, ਕਿਉਂਕਿ ਸਤਿਗੁਰਾਂ ਨੇ ਵਰ ਦੇ ਕੇ, ਵਰਦਾਨ ਦੇ ਕੇ, ਅਸੀਸ ਦੇ ਕੇ ਤੋਰਿਆ ਸੀ, ਬਾਬਾ ਅਜੀਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਭੰਗਾਣੀ ਦਾ ਯੁੱਧ ਜਿੱਤ ਕੇ ਆਇਆ ਸੀ, ਤੇਰੇ ਜਨਮ ਦੀ ਖੁਸ਼ੀ ਵਿੱਚ ਮੈਂ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਦੇ ਗੁਣ ਗਾਏ ਸੀ ਤੇ ਤੇਰਾ ਨਾਂ ਅਜੀਤ ਰੱਖਿਆ ਸੀ। ਅੱਜ ਤੂੰ ਆਪਣੇ ਆਪ ਦੀ ਜਵਾਨੀ ਲੈ ਕੇ ਮੇਰੇ ਪੇਸ਼ ਆਇਆ, ਹਾਜ਼ਰ ਹੋਇਆ, ਜੰਗ ਵਿੱਚ ਜਾਣ ਦੀ ਤਮੰਨਾ ਕੀਤੀ ਏ। ਜੇ ਮੈਂ ਤੈਨੂੰ ਆਪ ਆਵਾਜ਼ ਮਾਰ ਕੇ ਜੰਗ ਨੂੰ ਭੇਜਣ ਵਾਸਤੇ, ਜਾਣ ਵਾਸਤੇ ਕਹਿੰਦਾ ਤੇ ਇਹਦਾ ਅਰਥ ਹੋਰ ਹੋਣਾ ਸੀ। ਜਾ, ਤੇਰੇ ਅੱਜ ਦੇ ਇਸ ਮਹਾਨ ਕੁਰਬਾਨੀ ਦੇ ਇਸ ਤੇਰੇ ਅੰਦਰ ਦੇ ਫੁਰਨੇ ਨੂੰ ਆਉਣ ਵਾਲਾ ਖਾਲਸਾ ਨੌਜਵਾਨੀ ਲੈ ਕਰਕੇ ਕੌਮ ਵਾਸਤੇ ਕੁਰਬਾਨੀ ਦੇ ਜਜ਼ਬੇ ਵਾਸਤੇ ਸਦਾ ਕੁਰਬਾਨ ਹੁੰਦਾ ਰਹੇਗਾ। ਬਾਬਾ ਅਜੀਤ ਸਿੰਘ ਸਾਹਿਬ ਜੰਗ ਮੈਦਾਨੇ ਜੰਗ ਅੰਦਰ ਜਾ ਕਰਕੇ ਦੁਸ਼ਮਣ ਨਾਲ ਲੜ ਕੇ ਸ਼ਹੀਦ ਹੁੰਦੇ ਨੇ। ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਜਿਸ ਵੇਲੇ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਸਰੀਰ ਮੈਦਾਨੇ ਜੰਗ ਅੰਦਰ ਦਿਖਦਾ, ਕਿਸੇ ਨੇ 592, ਕਿਸੇ ਨੇ 792 ਫੱਟ ਗਏ ਨੇ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਵਿੱਚ ਲੱਗੇ ਹੋਏ ਦੁਸ਼ਮਣ ਦੀਆਂ ਸ਼ਸਤਰਾਂ ਦੇ, ਗੋਲੀਆਂ, ਤੀਰਾਂ, ਕਟਾਰਾਂ, ਤਲਵਾਰਾਂ ਦੇ। ਹੁਣ 592 ਹੀ ਕਹਿ ਲਈਏ, 592 ਫੱਟ ਸਰੀਰ ਵਿੱਚ ਲਾ ਲਈਏ ਤੇ ਕੋਈ ਥਾਂ ਨਹੀਂ ਬਚਦਾ ਬਾਕੀ। ਇਹੋ ਜਿਹਾ ਟੁਕੜਾ ਟੁਕੜਾ ਸਰੂਪ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਉਸ ਮੈਦਾਨੇ ਜੰਗ ਅੰਦਰ ਆਪਣੇ ਸਰੀਰ ਨੂੰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜਦੇ ਨੇ ਤੇ ਛੱਤ ਦੀ, ਹਵੇਲੀ ਦੀ ਛੱਤ ਤੇ ਖਲੋਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਕਾਰੇ ਬੁਲਾਉਂਦੇ ਨੇ। ਪਹਿਲਾ ਰਹਿਬਰ ਹੈ, ਆਪਣੇ ਪੁੱਤਰਾਂ ਦੀ ਕੁਰਬਾਨੀ ਵੇਖ ਕੇ ਜਕਾਰੇ ਬੁਲਾਉਂਦਾ ਹੈ, ਖੁਦਾ ਦਾ ਧੰਨਵਾਦ ਕਰਦਾ ਹੈ। ਦੂਸਰਾ ਸਾਹਿਬਜ਼ਾਦਾ ਆ ਗਿਆ। ਇਤਿਹਾਸਕਾਰਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜੀ ਦੀ 18 ਕੁ ਸਾਲ ਉਮਰ ਕਹੀ ਹੈ ਬਹੁਤਿਆਂ ਨੇ, ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ 14 ਕੁ ਸਾਲ ਉਮਰ ਕਹੀ ਹੈ, ਪਰ ਮਹਾਂਪੁਰਸ਼ਾਂ ਦੇ ਜਿਹੜੇ ਬੋਲ ਨੇ ਉਹਦੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜੀ ਦੀ ਉਮਰ 16 ਕੁ ਸਾਲ ਕਹੀ ਹੈ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਜੀ ਦੀ ਉਮਰ 11 ਸਾਲ ਕਹੀ ਹੈ। ਹੁਣ 11 ਸਾਲਾਂ ਦਾ ਬੱਚਾ ਤੁਸੀਂ ਆਪਣੇ ਚੋਂ ਖੜਾ ਕਰਕੇ ਵੇਖ ਲਓ ਕੋਈ।
14 ਦਾ ਵੀ ਹੋਵੇ ਚਲੋ। ਔਰ ਉਹ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਨਮੁਖ ਖਲੋ ਕੇ ਹਾਜ਼ਰੀ, ਮਹਾਰਾਜ ਕਿਰਪਾ ਕਰੋ, ਮੈਂ ਵੀਰ ਦੇ ਕੋਲ ਜਾਣਾ ਚਾਹੁੰਦਾ, ਮੈਂ ਆਪਣੇ ਭਰਾ ਕੋਲ ਜਾਣਾ ਚਾਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਬੇਸ਼ੱਕ ਮੈਂ ਉਨੀ ਤਲਵਾਰ ਨਹੀਂ ਚਲਾਉਣੀ ਜਾਣਦਾ ਜਿੰਨੀ ਮੇਰਾ ਵੀਰ ਬਾਬਾ ਅਜੀਤ ਸਿੰਘ ਜਾਣਦਾ ਸੀ, ਪਰ ਦਾਤਾ ਮੁੜ ਕੇ ਪੈਰ ਪਿਛਾਂਹ ਨਹੀਂ ਪਾਊਂਗਾ, ਇਹ ਮੈਂ ਤੇਰੇ ਨਾਲ ਬਚਨ ਕਰਕੇ ਜਾਨਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਦੂਸਰੇ ਲਾਡਲੇ ਨੂੰ ਤੋਰਿਆ। ਡੇਰੀ ਦੇ ਦਰਵਾਜ਼ੇ ਨੇ, ਹਵੇਲੀ ਦੇ ਦਰਵਾਜ਼ੇ ਦੇ ਜਿਹੜਾ ਦਰਬਾਰਚੀ ਸੀ ਉਹਨੇ ਰੋਕਣ ਦਾ ਯਤਨ ਕੀਤਾ। ਸਤਿਗੁਰੂ ਜੀ ਹਵੇਲੀ ਦੀ ਛੱਤ ਤੋਂ ਖਲੋ ਕੇ ਆਵਾਜ਼ ਮਾਰਦੇ ਨੇ, ਖੋਲ੍ਹ ਦਰਵਾਜ਼ਾ। ਕਹਿਣ ਲੱਗਾ, ਨਹੀਂ ਮਹਾਰਾਜ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਵੇਖੀਏ ਉੱਥੇ ਲੈ ਕੇ ਜਾਈਏ ਵੀ ਕਿਹੋ ਜਿਹਾ ਰੂਪ ਹੋਏਗਾ ਉਸ ਵੇਲੇ। ਨਹੀਂ ਮਹਾਰਾਜ, ਇਹ ਨਹੀਂ ਹੋ ਸਕਦਾ। ਅਨੰਦਪੁਰ ਸਾਹਿਬ ਤੋਂ ਚੱਲੇ ਸੀ, ਪਰਿਵਾਰ ਖੇਰੂ ਖੇਰੂ ਹੋ ਗਿਆ। ਤੁਹਾਡੇ ਮਹਿਲ ਪਤਾ ਨਹੀਂ ਕਿੱਥੇ ਨੇ, ਛੋਟੇ ਸਾਹਿਬਜ਼ਾਦੇ ਮਾਤਾ ਪਤਾ ਨਹੀਂ ਕਿੱਥੇ ਨੇ। ਅੱਖਰ ਨੇ ਅਤੇ ਆਪਣੀਆਂ ਰਾਵਾਂ ਨੇ ਨਾ, ਪਤਾ ਨਹੀਂ ਮਹਾਰਾਜ ਜੀਂਦੇ ਹੋਣਗੇ ਕਿ ਨਹੀਂ ਹੋਣਗੇ। 2 ਲੈ ਕੇ ਆਏ ਸੀ ਚਮਕੌਰ ਦੀ ਹਵੇਲੀ ਵਿੱਚ, ਉਹਨਾਂ ਵਿੱਚੋਂ ਵੀ ਇੱਕ ਸ਼ਹੀਦ ਕਰਵਾ ਲਿਆ ਜੇ। ਨਹੀਂ ਦਾਤਾ, ਮੇਰਾ ਹੌਸਲਾ ਨਹੀਂ ਪੈਂਦਾ। ਆਉਣ ਵਾਲੀ ਤਵਾਰੀਖ ਦੇ ਅੱਖਰ ਕੀ ਕਹਿਣਗੇ? ਤੁਸੀਂ ਚਿੱਟ ਦਾੜੀਏ ਗੁਰੂ ਕੇ ਲੰਗਰਾਂ 'ਚੋਂ ਖੀਰ ਪੂੜੇ ਖਾਂਦੇ ਰਹੇ ਤੇ ਗੁਰੂ ਕਾ ਸਾਹਿਬਜ਼ਾਦਾ 11 ਸਾਲਾਂ ਦੀ ਉਮਰ ਦਾ ਜਾ ਕਰਕੇ ਕੁਰਬਾਨ ਹੋਇਆ, ਤੁਸੀਂ ਕੀ ਕਰਦੇ ਸੀ? ਨਹੀਂ ਮਹਾਰਾਜ, ਜਿੰਨੀ ਦੇਰ ਅਸੀਂ ਜੀਂਦੇ ਹਾਂ ਉਨੀ ਦੇਰ ਸਾਹਿਬਜ਼ਾਦਾ ਨਹੀਂ ਜਾਏਗਾ ਮੈਦਾਨੇ ਜੰਗ ਅੰਦਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਵੇਲੀ ਦੀ ਛੱਤ 'ਤੇ ਖਲੋ ਕੇ ਮੁਸਕਰਾਏ, ਕਹਿਣ ਲੱਗੇ, ਪਿਆਰਿਆ, ਤੇਰੇ ਜਜ਼ਬਾਤਾਂ ਦੀ ਮੈਂ ਕਦਰ ਕਰਦਾ ਹਾਂ, ਤੇਰੇ ਜਜ਼ਬਾਤਾਂ ਦੀ ਮੈਂ ਕਦਰ ਕਰਦਾ ਹਾਂ, ਪਰ ਜਿਹੜੀ ਤਵਾਰੀਖ ਦੇ ਅੱਖਰਾਂ ਦੇ ਉਲਾਮੇ ਦਾ ਤੈਨੂੰ ਪੈ ਆ ਨਾ, ਉਹ ਉਲਾਮਾ ਮੈਂ ਵੀ ਨਹੀਂ ਸੁਣਨਾ ਚਾਹੁੰਦਾ। ਜਿਵੇਂ ਤੂੰ ਕਹਿੰਦਾ ਨਾ ਵੀ ਆਉਣ ਵਾਲੀ ਤਵਾਰੀਖ ਦੇ ਅੱਖਰ ਕੀ ਕਹਿਣਗੇ, ਵੀ ਇਹ ਜਿਉਂਦੇ ਨੇ ਤੇ ਸਾਹਿਬਜ਼ਾਦਾ ਚਲਿਆ ਗਿਆ, ਤੇ ਮੈਨੂੰ ਕੋਈ ਉਲਾਮਾ ਕੱਲ ਨੂੰ ਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਸਾਹਿਬਜ਼ਾਦਾ ਪਿੱਛੇ ਰੱਖ ਲਿਆ ਤੇ ਦੂਜੀਆਂ ਮਾਵਾਂ ਦੇ ਪੁੱਤ ਮਰਵਾ ਦਿੱਤੇ, ਮੈਂ ਇਹ ਵੀ ਨਹੀਂ ਸੁਣਨਾ ਚਾਹੁੰਦਾ। ਹੁਕਮ ਮੰਨ, ਆਗਿਆ ਦਾ ਪਾਲਣ ਕਰੀਦਾ। ਖੋਲ੍ਹਦੇ ਦਰਵਾਜ਼ਾ ਸਾਹਿਬਜ਼ਾਦੇ ਨੂੰ ਜਾਣ ਦੇ ਮੈਦਾਨੇ ਜੰਗ ਅੰਦਰ। ਬਾਬਾ ਜੁਝਾਰ ਸਿੰਘ ਸਾਹਿਬ ਜੀ ਮੈਦਾਨੇ ਜੰਗ ਅੰਦਰ ਜਾ ਕਰਕੇ ਵਾਕਿਆ ਹੀ ਜਿਹੜਾ ਬਚਨ ਕਰਕੇ ਤੁਰੇ ਸੀ ਨਾ, ਸਤਿਗੁਰੂ ਸੱਚੇ ਪਾਤਸ਼ਾਹ, ਪਿਤਾ ਜੀ ਆਗਿਆ ਦਿਓ, ਮੈਂ ਵੀਰ ਕੋਲੇ ਜਾਣਾ ਚਾਹੁੰਦਾ ਵਾਂ। ਤੇ ਭਾਵੇਂ ਦੁਸ਼ਮਣ ਨੇ ਇਹ ਪਛਾਣ ਲਿਆ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੂਸਰਾ ਸਾਹਿਬਜ਼ਾਦਾ ਹੈ, ਪਹਿਲਾ ਉਹਨਾਂ ਦਾ ਸ਼ਹੀਦ ਹੋ ਗਿਆ, ਜੇ ਉਹਨਾਂ ਨੇ ਦੂਸਰਾ ਵੀ ਭੇਜ ਦਿੱਤਾ ਇਹਦਾ ਮਤਲਬ ਉਹਨਾਂ ਕੋਲੇ ਸੂਰਮੇ ਬਹੁਤ ਘੱਟ ਨੇ। ਹੁਣ ਜਿੱਤ ਦੇ ਨੇੜੇ ਖੜੇ ਆ। ਹੁਣ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਰਾਹ ਰੋਕਣਾ ਉਹਨਾਂ ਦੀ ਇੱਕ ਮਾਨੋ ਸੋਚ ਸੀ ਵੀ ਹੁਣ ਇਹਦਾ ਰਾਹ ਜਿੰਨਾ ਪਹਿਲੋਂ ਰੋਕਿਆ ਜਾਏ, ਇਹਨੂੰ ਰਾਹ 'ਚ ਰੋਕ ਕੇ ਛੇਤੀ ਨਾਲ ਹਵੇਲੀ ਵਿੱਚ ਜਾਈਏ। ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬ ਦਾ 5 ਸਿੰਘਾਂ ਦਾ ਜਥਾ ਰੋਕਣ ਵਾਸਤੇ ਇਹ ਸਾਰਾ ਦੁਸ਼ਮਣ ਦਾ ਮੁਲਖੀਆ ਆਣ ਪਿਆ, ਪਰ ਗੁਰੂ ਕੇ ਲਾਲ ਨੇ ਉਹ ਕੁਰਬਾਨੀ ਨਾਲ ਜੰਗ ਕੀਤਾ, ਉਹ ਬਹਾਦਰੀ ਨਾਲ ਜੰਗ ਕੀਤਾ। ਵਾਕਿਆ ਜਿੱਥੇ ਬਾਬਾ, ਜਿੱਥੋਂ ਤੱਕ ਮੈਦਾਨੇ ਜੰਗ ਅੰਦਰ ਜੂਝਦਿਆਂ ਬਾਬਾ ਅਜੀਤ ਸਿੰਘ ਸਾਹਿਬ ਜਾ ਕੇ ਸ਼ਹੀਦ ਹੋਏ ਸਨ, ਬਾਬਾ ਜੁਝਾਰ ਸਿੰਘ ਸਾਹਿਬ ਜੀ ਵੀ ਉਹਦੇ ਲਾਗੇ ਜਾ ਕੇ ਆਪਣੇ ਸਰੀਰ ਨੂੰ ਡਿੱਗਦੇ ਨੇ, ਉਹਦੇ ਲਾਗੇ ਜਾ ਕੇ ਕੁਰਬਾਨੀ ਕਰਦੇ ਨੇ। ਭਾਵ ਕਿ ਉੱਥੋਂ ਤੱਕ ਪਹੁੰਚਦੇ ਨੇ ਬਾਬਾ ਜੁਝਾਰ ਸਿੰਘ ਸਾਹਿਬ, ਜਿੱਥੋਂ ਤੱਕ ਵੱਡਾ ਭਰਾ ਬਾਬਾ ਅਜੀਤ ਸਿੰਘ ਪਹੁੰਚਾ। ਜਦੋਂ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਵੀ ਕੁਰਬਾਨ ਹੋਏ, ਸ਼ਹੀਦ ਹੋਏ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸੇ ਹੀ ਹਵੇਲੀ ਦੀ ਛੱਤ ਤੋਂ ਦੁਬਾਰਾ ਫੇਰ ਜਕਾਰੇ ਬੁਲਾਏ। ਵਾਕਿਆ ਇਸੇ ਗੱਲ ਕਰਕੇ ਯੋਗੀ ਅੱਲਾ ਯਾਰ ਖਾਂ ਨੇ ਕਿਹਾ, ਦੁਨੀਆ ਵਾਲਿਓ, ਕਿਸੇ ਦੇਵੀ ਦਾ ਥਾਂ ਹੋਏਗਾ, ਕਿਸੇ ਦੇਵਤੇ ਦਾ ਮੰਦਰ ਹੋਏਗਾ ਹਿੰਦੁਸਤਾਨ ਦੀ ਧਰਤੀ 'ਤੇ, ਦੇਵਤਿਆਂ ਤੇ ਦੇਵੀਆਂ ਨੂੰ ਮੰਨਣ ਵਾਲਿਆਂ ਨੇ ਆਪਣੀ ਰਾਜਸੀ ਤਾਕਤ ਨਾਲ, ਆਪਣੇ ਪ੍ਰਭਾਵ ਨਾਲ ਦੁਨੀਆ ਨੂੰ ਉੱਥੇ ਮੱਥੇ ਟੇਕਣ ਵਾਸਤੇ ਮਜਬੂਰ ਕੀਤਾ ਹੋਏਗਾ। ਮੈਂ ਆਜ਼ਾਦ ਹਸਤੀ ਦਾ ਇੱਕ ਰਾਈਟਰ ਹਾਂ, ਇੱਕ ਲਖਾਰੀ ਹਾਂ, ਇੱਕ ਇਤਿਹਾਸਕਾਰ ਹਾਂ। ਮੈਂ ਆਪਣੀ ਆਜ਼ਾਦ ਹਸਤੀ ਵਿੱਚੋਂ ਇੱਕ ਬੋਲ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵਾਂ। ਉਹਨੇ ਕਿਹਾ, ਨਹੀਂ, यहाँ एक ही तीर्थ है हिंद में यात्रा के लिए, कटवाए बाप ने बेटे जहाँ खुदा के लिए। कहने लगे, हिंदुस्तान की धरती ते जे तीर्थ है, जे पूजन जोग धरती है, जे उस धरती की मिट्टी मत्थे ते लाउण दे जोग है, तो वो चमकौर साहब की धरती आ, जिथे बाप ने अपन अखां दे सामने खुदा दे परमेश्वर अकाल पुरख के नां दे अपने पुत्र कुर्बान किए ने। दुनिया का कोई रहबर ਜਾਂ ਕਿਸੇ ਰਹਿਬਰ ਦਾ ਇਹੋ ਜਿਹਾ ਇਤਿਹਾਸ ਨਹੀਂ ਮਿਲਦਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਕੁਰਬਾਨੀ ਭਰੇ ਇਤਿਹਾਸ ਨੂੰ ਆਪਾਂ ਯਾਦ ਕਰ ਰਹੇ ਹਾਂ। ਇਹਦੇ ਤੋਂ ਅੱਗੇ ਹੋਰ 2-3 ਪੰਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਦੇ ਹੋਰ ਫਰੋਲੇ ਜਾ ਸਕਦੇ ਨੇ ਇਸ ਵਿਸ਼ੇ 'ਤੇ, ਪਰ ਘੜੀ ਦੀ ਸੂਈ ਆਗਿਆ ਨਹੀਂ ਦਿੰਦੀ। ਅਗਲਾ ਪ੍ਰੋਗਰਾਮ ਤੁਹਾਡਾ ਆਪਣਾ ਉਲੀਕਿਆ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਬਾਅਦ ਕਿਵੇਂ ਚਮਕੌਰ ਦੀ ਹਵੇਲੀ ਵਿੱਚੋਂ ਨਿਕਲਦੇ ਨੇ
ਕਿਵੇਂ ਬਾਕੀ ਦੇ ਬਚੇ ਹੋਏ ਸਿੰਘ ਅਗਲੇ ਦਿਨ ਸ਼ਹੀਦ ਹੁੰਦੇ ਨੇ, ਤੇ ਫਿਰ ਉਹਦੇ ਤੋਂ ਬਾਅਦ ਅਗਲੇ ਦਿਨ ਦੀ ਰਾਤ ਜਿਹੜੀ ਜਾਂਦੀ ਏ ਉਹਦੇ ਵਿੱਚ ਜਾ ਕਰਕੇ ਬੀਬੀ ਸ਼ਰਨ ਜਾਂ ਹਰਸ਼ਰਨ ਕੌਰ ਨੇ ਜਾ ਕਰਕੇ ਆਪਣੇ ਪਿਆਰਿਆਂ ਭਰਾਵਾਂ ਦਾ ਕਿਵੇਂ ਸੰਸਕਾਰ ਕੀਤਾ, ਤੇ ਦੁਸ਼ਮਣ ਨੇ ਕਿਵੇਂ ਉਹਨੂੰ ਜਿਉਂਦੀ ਨੂੰ ਹੀ ਉਹਨਾਂ ਸਿੰਘਾਂ ਦੀ ਬਲਦੀ ਹੋਈ ਚਿਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਹ ਸਾਰਾ ਇਸ ਚਮਕੌਰ ਸਾਹਿਬ ਦਾ ਇਤਿਹਾਸ ਹੈ। ਚਮਕੌਰ ਸਾਹਿਬ ਦਾ ਇਹ ਮਹਾਨ ਸ਼ਹੀਦੀ ਕੁਰਬਾਨੀ ਦਾ ਇਤਿਹਾਸ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਉਹਨਾਂ ਸ਼ਹੀਦਾਂ ਵੱਲੋਂ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਸਾਨੂੰ ਮੱਤ ਸਮੱਤ ਬਖਸ਼ਿਸ਼ ਕਰਨ। ਇੱਥੇ ਆ ਕਰਕੇ ਜਦੋਂ ਭਾਈ ਦਇਆ ਸਿੰਘ ਬੇਨਤੀ ਕਰਦਾ ਸੀ ਨਾ ਮਹਾਰਾਜ ਨੂੰ ਚਮਕੌਰ ਸਾਹਿਬ ਤੋਂ ਨਿਕਲਣ ਵਾਸਤੇ, ਉਦੋਂ ਇਹ ਕਿਹਾ ਸੀ ਮਹਾਰਾਜ ਇਹਨਾਂ ਦੇ ਖੱਫਣ ਨਾ ਪਾ ਜਾਈਏ, ਇਹਨਾਂ ਦਾ ਸੰਸਕਾਰ ਨਾ ਕਰ ਦਈਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੜੇ ਹੋਰ ਵੀ ਪਏ ਨੇ, ਜਿਹੜੇ ਦੂਸਰੇ ਪਏ ਨੇ ਸ਼ਹੀਦ ਹੋ ਕੇ, ਉਹ ਵੀ ਮਾਵਾਂ ਦੇ ਪੁੱਤ ਨੇ। ਜਿੰਨੀ ਦੇਰ ਮੈਂ ਉਹਨਾਂ ਦਾ ਹਿਸਾਬ ਨਹੀਂ ਮੁਕਾ ਲੈਂਦਾ, ਮੈਂ ਆਪਣੇ ਪੁੱਤਰਾਂ ਦੀ ਇਹ ਸਰੀਰ ਨਹੀਂ ਚੁੱਕ ਸਕਦਾ, ਲੋਥ ਨਹੀਂ ਚੁੱਕ ਸਕਦਾ। ਦਇਆ ਸਿੰਘਾਂ ਮੋਹ ਦੀਆਂ ਥੰਬੀਆਂ ਨਾ ਦੇ, ਆ ਜਾ, ਸਿੱਖੀ ਦੀਆਂ ਮੰਜ਼ਲਾਂ ਬੜੀਆਂ ਦੂਰ ਨੇ ਦਾਤਾ, ਇਹਨਾਂ ਦੇ ਸਰੀਰਾਂ ਨੂੰ ਕੀੜੀਆਂ ਖਾਣਗੀਆਂ, ਇਹਨਾਂ ਦੇ ਸਰੀਰਾਂ ਨੂੰ ਹੁਣ ਇੱਲਾਂ ਜਾਂ ਜਾਨਵਰ ਉੱਡਣ ਵਾਲੇ ਖਾਣਗੇ। ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ, ਪਿਆਰਿਆ ਸ਼ਹੀਦਾਂ ਦੇ ਸਰੀਰ ਕਫਨਾਂ ਨੂੰ ਨਹੀਂ ਲੋੜਦੇ, ਇਹਨਾਂ ਦੇ ਸਰੀਰਾਂ ਦੀਆਂ ਬੋਟੀਆਂ, ਇੱਲਾਂ, ਕਾਂ, ਗਿਰਜ਼ਾਂ, ਆਕਾਸ਼ ਵਿੱਚ ਉੱਡਣ ਵਾਲੇ ਪੰਛੀ, ਜਿੰਨਾ ਵੀ ਇਹਨਾਂ ਦੀਆਂ ਬੋਟੀਆਂ ਨੂੰ ਆਪਣੀਆਂ ਚੁੰਝਾਂ ਵਿੱਚ ਲੈ ਕੇ ਆਕਾਸ਼ ਵਿੱਚ ਉੱਚੀਆਂ ਉਡਾਰੀਆਂ ਮਾਰਨਗੇ, ਯਾਦ ਰੱਖੀ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਦਾ ਸਦਕਾ ਇਸ ਸਿੱਖ ਧਰਮ ਦੇ ਨਿਸ਼ਾਨ ਸਭ ਦੁਨੀਆ ਤੇ ਉਨੇ ਹੀ ਉੱਚੇ ਝੂਲਣਗੇ। ਦਾਤਾ ਕੀੜੇ ਕਾਢੇ ਖਾ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿੰਨਾ ਇਹਨਾਂ ਦੇ ਸਰੀਰਾਂ ਦੀਆਂ ਬੋਟੀਆਂ ਨੂੰ ਕੀੜੇ ਕਾਢੇ ਖਾ ਕੇ ਧਰਤੀ ਥੱਲੇ ਡੂੰਘਾ ਜਾਣਗੇ, ਇਸ ਸਿੱਖ ਧਰਮ ਦੀਆਂ ਨੀਹਾਂ ਊਨੀਆਂ ਮਜ਼ਬੂਤ ਹੋਣਗੀਆਂ। ਨਾ ਫਿਕਰ ਕਰ ਇਹਨਾਂ ਦਾ। ਇਹ ਯੋਧੇ ਨੇ, ਇਹ ਸੂਰਮੇ ਨੇ, ਇਹ ਸ਼ਹੀਦ ਨੇ। ਇਹ ਸ਼ਹੀਦ ਨਹੀਂ ਹੁੰਦੇ, ਸ਼ਹੀਦ ਕੌਮਾਂ ਦੇ ਵਾਸਤੇ ਮਾਰਗਦਰਸ਼ਕ ਹੁੰਦੇ ਨੇ, ਇਹ ਮਾਰਗ ਦੱਸਦੇ ਨੇ। ਐਸੇ ਰੂਪ ਵਿੱਚ ਉਹਨਾਂ ਮਹਾਨ ਕੁਰਬਾਨੀ ਕਰਨ ਵਾਲਿਆਂ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਵੈਸੇ ਤਾਂ ਅੱਜ ਕੱਲ੍ਹ ਇਹ 2 ਦਿਨ ਚੱਲ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਦੀ ਸਭਾ ਜਿਹੜੀ ਸੂਬੇ ਦੀ ਕਚਹਿਰੀ ਵਿੱਚ ਲੱਗਦੀ, ਉਹ ਦਿਹਾੜੇ ਚੱਲ ਰਹੇ ਨੇ। ਪਰ ਮੈਨੂੰ ਹੁਕਮ ਹੋਇਆ ਸੀ ਵੀ ਅੱਜ ਦੇ ਸ਼ਾਮ ਦੇ ਦੀਵਾਨ ਵਿੱਚ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਥਾਏ ਕੁਝ ਬੋਲ ਬੋਲੇ ਜਾਣ। ਆਪ ਜੀ ਦੇ ਸਨਮੁਖ ਇੰਨੀ ਕੁ ਬੇਨਤੀ ਕਰਨ ਦਾ ਯਤਨ ਕੀਤਾ। ਭੁੱਲਾਂ ਮੇਰੀਆਂ ਨੇ, ਇਤਿਹਾਸ ਦੇ ਮਹਾਨ ਅਮੀਰ ਵਿਰਸੇ ਦੀਆਂ ਬਾਤਾਂ ਆਪ ਜੀ ਨਾਲ ਸਾਂਝੀਆਂ ਕਰਦਿਆਂ ਹੋਇਆਂ ਮੇਰੇ ਅੱਖਰਾਂ ਦੀ ਬਹੁਤ ਗਲਤੀਆਂ ਹੋਈਆਂ ਹੋਣਗੀਆਂ, ਕਿਰਪਾ ਕਰਕੇ ਬਖਸ਼ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ 'ਤੇ ਮਾਣ ਫੀਲ ਕਰਦਿਆਂ ਹੋਇਆਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਮੱਤ ਸਮੱਤ ਸਾਨੂੰ ਸਾਰਿਆਂ ਨੂੰ ਨਹੀਂ, ਬਲਕਿ ਪੰਥ ਖਾਲਸੇ ਨੂੰ ਪ੍ਰਾਪਤ ਹੋਵੇ। ਖਾਲਸੇ ਪੰਥ ਵਿੱਚ ਏਕਤਾ, ਇਤਫਾਕ, ਖਾਲਸੇ ਪੰਥ ਦੀਆਂ ਸਦਾ ਚੜ੍ਹਦੀਆਂ ਕਲਾ ਹੋਣ, ਇਹ ਅਰਦਾਸ ਬੇਨਤੀ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਮਾਫੀ ਜੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।